ਪਹਿਲਾਂ 2 ਵਾਰ SIT ਨੇ ਭੇਜਿਆ ਸੀ ਨੋਟਿਸ। ਹੁਣ ਪੰਜਾਬ ਪਬਲਿਕ ਸਰਵਿਸ ਕਮਿਸ਼ਨ 'ਚ ਹੋਣਗੇ 5 ਮੈਂਬਰ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ। ਪਹਿਲਾਂ ਕਮਿਸ਼ਨ 'ਚ 10 ਮੈਂਬਰ ਹੁੰਦੇ ਸੀ। CM ਬੋਲੇ ਪੰਜਾਬ ਦਾ ਪੈਸਾ ਬਚਾਉਣਾ ਸਾਡੀ ਤਰਜੀਹ ਹੈ। ਕਿਸਾਨਾਂ ਨੂੰ ਰਾਹਤ। ਮੂੰਗੀ ਦੀ ਸਰਕਾਰੀ ਖਰੀਦ ਦੀ ਮਿਆਦ 31 ਜੁਲਾਈ ਤੋਂ ਵਧਾ ਕੇ 10 ਅਗਸਤ ਕੀਤੀ ਗਈ ਹੈ। CM ਮਾਨ ਨੇ ਕਿਹਾ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਮੇਰੀ ਸਰਕਾਰ ਦੀ ਪਹਿਲ ਹੈ। ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ। 17 ਅਗਸਤ ਨੂੰ ਲਖੀਮਪੁਰ ਖੀਰੀ ਚਾਲੇ ਪਾਉਣਗੇ 10,000 ਕਿਸਾਨ। 3 ਦਿਨ ਲਾਉਣਗੇ ਉੱਥੇ ਧਰਨਾ। 16 ਅਗਸਤ ਨੂੰ ਅਗਨੀਪਥ ਸਕੀਮ ਨੂੰ ਲੈ ਕੇ सूबे भर ਦੇ DCs ਨੂੰ ਸੌਂਪਣਗੇ ਮੰਗ ਪੱਤਰ। प्रस्तुतकर्ता घड़ी डिटर्जेंट, भारत का नंबर 1 डिटर्जेंट पाउडर। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਤੇ ਤੁਹਾਡੇ ਨਾਲ ਮੈਂ ਅਮ੍ਰਿਤਾ ਗਰਗ ਹਾਜ਼ਰ ਹਾਂ ਲੈ ਕੇ ਸਾਡੀ ਖਾਸ ਪੇਸ਼ਕਸ਼ ਮੁੱਦੇ ਦੀ ਗੱਲ। ਤੇ ਮੁੱਦੇ ਦੀ ਗੱਲ ਦੇ ਵਿੱਚ ਬਕਾਏ ਦੀ ਗੱਲ ਹੋਏਗੀ ਜਿਸ ਤੇ ਰੇੜਕਾ ਬਰਕਰਾਰ ਹੈ ਤੇ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ, ਇਸ ਸਵਾਲ ਦੀ ਘੋਖ ਕਰਾਂਗੇ। ਕਿਸੇ ਵੀ ਸ਼ਖਸ ਦੇ ਲਈ ਸਿਹਤ ਤੇ ਸਿੱਖਿਆ ਰੋਟੀ, ਕੱਪੜਾ ਤੇ ਮਕਾਨ ਵਾਂਗੂ ਬੁਨਿਆਦੀ ਸਹੂਲਤਾਵਾਂ ਦਾ ਹਿੱਸਾ ਹੈ ਤੇ ਇਹਨਾਂ ਤੋਂ ਵਾਂਝੇ ਹੋਣਾ ਮੌਲਿਕ ਅਧਿਕਾਰਾਂ ਤੋਂ ਵਾਂਝੇ ਹੋਣ ਦੇ ਬਰਾਬਰ ਹੈ। दरअसल ये सवाल इस करके उठ रहे हैं क्योंकि PGI वालों आयुष्मान योजना के मरीजों का इलाज बंद किया गया है। तो क्यों किया गया? क्योंकि 7 महीनों का 16 करोड़ रुपए सरकार करनी बकाया है। इसे करके आज कुछ सवाल उठ रहे हैं। सवाल ये ने कि मरीजों की खज्जल खुआरी का आखिर जिम्मेवार कौन है? आखिर बकाए का भुगतान सरकार क्यों नहीं कर रही? इस इलाज ते आखिरकार इस कपलेबाजी की तलवार के की मायने ने? ਅੱਜ ਇਹਨਾਂ ਹੀ ਸਵਾਲਾਂ ਦੇ ਦੁਆਲੇ ਘੁੰਮੇਗੀ ਮੁੱਦੇ ਦੀ ਗੱਲ। ਤੇ ਅੱਜ ਇਹ ਸਵਾਲ ਇਸ ਕਰਕੇ ਵੀ ਉੱਠ ਰਹੇ ਨੇ ਕਿ PGI ਵੱਲੋਂ ਇਲਾਜ ਦੀ ਇਹ ਮਨਾਹੀ ਹੁਣ ਕਿੰਨੇ ਲੋਕਾਂ ਨੂੰ ਲੈ ਡੁੱਬੇਗੀ? ਇਹ ਮਨਾਹੀ ਕਿਉਂ ਹੋਈ? ਕਿੰਨਾ ਲਈ ਮਨਾਹੀ ਹੋਈ ਹੈ? ਕੀ ਇਸ ਦੇ ਕਾਰਨ ਰਹੇ ਨੇ? ਕਿੱਦਾਂ ਇਸ ਤੇ ਸਿਆਸਤ ਹੋ ਰਹੀ ਹੈ? ਇਸ ਖਾਸ ਰਿਪੋਰਟ ਰਾਹੀਂ ਤੁਹਾਨੂੰ ਵਿਖਾਉਂਦੇ ਹਾਂ। बकाया पेंडिंग, इलाज बंद। इलाज ते छिड़ी हुण नवीं तकरार। बकाए दा भुगतान कदों करेगी सरकार? ਇਹ सवाल इसलिए क्योंकि PGI चंडीगढ़ ने पंजाब दे आयुष्मान मरीजों दे लई इलाज बंद कर दिता है। दलील 16 करोड़ रुपए बकाया पेंडिंग है। बार बार रिमाइंडर भेजे गए पर भुगतान ना होने तो बाद आखिरकार 1 अगस्त तो बाद आयुष्मान स्कीम तहत PGI ने मरीजों के इलाज ते ही पाबंदी लगा दी है। दरअसल 20 अगस्त 2019 च आयुष्मान योजना शुरू हुई सी जो कि पंजाब की 65% आबादी नूं कवर कर रही सी। इस योजना तहत 5 लाख रुपए हर परिवार नूं हर साल इलाज लई मिलदे सी। हालांकि इत्थे तुहानूं दस दईए कि इस तो अलावा सरकारी ते बाकी पैनल च शामिल निजी अस्पतालों दे विच कैशलैस इलाज होवेगा पर बकाया पेंडिंग करके PGI ने यह लाभ बंद कर दिता है। इस ते पूरा सियासी पारा भी पक्या होया है। इत्थों तक कि पंजाब कांग्रेस के प्रधान राजा वड़िंग ने भी सीधा कॉलर CM भगवंत मान का फड़िया। कहा मुख मंत्री भगवंत मान जी कि यह सेहत मॉडल तुसीं साडे ते थोपण की कोशिश कर रहे हो? ਹੁਣ ਤਾਂ PGI ਚੰਡੀਗੜ੍ਹ ਨੇ ਵੀ ਸਾਡੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਕਾਇਆ ਦੇਣ 'ਚ ਅਸਫਲ ਰਹੀ ਹੈ ਜਾਂ ਫਿਰ ਜਾਣਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹੋ ਜਾਣ। ਅੱਜ ਹਜ਼ਾਰਾਂ ਲੋਕ ਆਪਦੇ ਇਲਾਜ ਲਈ ਤਰਸ ਰਹੇ ਨੇ। ਉਹ 5 ਲੱਖ ਰੁਪਏ ਦਾ ਜਿਹੜਾ ਕਾਰਡ ਬਣਿਆ ਹੋਇਆ ਸੀ ਜਿਹਦੇ 'ਚ ਹਰ ਵਿਅਕਤੀ ਦਾ ਇਲਾਜ ਹੋ ਜਾਂਦਾ ਸੀ, ਅੱਜ PGI ਨੇ ਵੀ ਉਹਦਾ ਜਵਾਬ ਦਿੱਤਾ। और मेरा ख्याल ये तो अज 5-6-7 महीने हो गए बंद पई है स्कीम। मैनूं लगदा सरकार नूं इहदे वल तवज्जो देनी चाहिदी है। विरोध च बैठी कांग्रेस ही नहीं बल्कि अकाली दल अते भाजपा ने भी इस मामले नूं लैके सरकार दी पैड़ नप्पणी शुरू कर दी है। बड़ी दुख दी गल है पंजाब सरकार जिहड़ी है, पहली गल तो सरकार नाम दी कोई चीज़ नहीं रही। PGI ਦੇ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ 32 ਸੈਕਟਰ ਜਾਂ 16 ਸੈਕਟਰ ਜਿਹੜਾ ਗਵਰਨਮੈਂਟ ਸੁਪਰ ਸਪੈਸ਼ਲਿਟੀ ਹਸਪੀਟਲ ਹੈ, ਤਿੰਨਾਂ ਦੇ ਵਿੱਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਹਸਪਤਾਲਾਂ ਨੇ ਆਰਡਰ ਕਰਤਾ ਕਿ ਪੰਜਾਬ ਦਾ ਕੋਈ ਵੀ ਪੇਸ਼ੈਂਟ
ਆਯੁਸ਼ਮਾਨ ਭਾਰਤ ਦੇ ਥੱਲੇ ਜਿਹੜਾ ਆਊਗਾ ਅਸੀਂ ਐਡਮਿਟ ਨਹੀਂ ਕਰਾਂਗੇ। ਅਸੀਂ ਮੰਗ ਕਰਦੇ ਹਾਂ ਇਹਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਵੇ। ਇਹਨਾਂ ਦਿਨਾਂ 'ਚ ਜਿਹੜੇ ਮਰੀਜ਼ਾਂ ਨੂੰ ਇਲਾਜ ਤੋਂ ਬਿਨਾਂ ਇਹਨਾਂ ਹਸਪਤਾਲਾਂ ਵੱਲੋਂ ਮੋੜਿਆ ਗਿਆ ਉਹਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਵੇ ਤੇ ਪੰਜਾਬ ਸਰਕਾਰ ਐਕਸ਼ਨ ਲਵੇ ਜਿਹੜੇ ਮੰਤਰੀ ਜਾਂ ਜਿਹੜੇ ਅਫਸਰ ਇਹਦੇ ਜ਼ਿੰਮੇਵਾਰ। ਤੁਸੀਂ ਪੀਜੀਆਈ ਦੀ ਗੱਲ ਕਰ ਰਹੇ ਹੋ, ਪੂਰੇ ਪੰਜਾਬ ਦੇ ਅੰਦਰ ਹੀ ਆਯੁਸ਼ਮਾਨ ਯੋਜਨਾ ਦੇ ਕਾਰਡ ਦੇ ਉੱਤੇ ਇਲਾਜ ਜਿਹੜਾ ਹੈ ਉਹ ਮਰੀਜ਼ਾਂ ਦਾ ਬੰਦ ਹੋਇਆ ਪਿਆ। ਇੱਕ ਪਾਸੇ ਇਹ ਕਹਿੰਦੇ ਨੇ ਕਿ ਸਵਾਸਥਯ ਸੁਵਿਧਾਵਾਂ ਦੇਣਾ ਸਾਡੀ ਮੁੱਢਲੀ ਜ਼ਰੂਰਤ ਹੈ, ਉਹਦੇ ਲਈ ਇਹ ਮਹੱਲਾ ਕਲੀਨਿਕ ਦੀ ਗੱਲ ਕਰਦੇ ਨੇ। ਜਦੋਂ ਮਹੱਲਾ ਕਲੀਨਿਕ ਦੀ ਗੱਲ ਕਰਦੇ ਨੇ ਤੇ ਡਿਸਪੈਂਸਰੀਆਂ ਦੀ ਗੱਲ ਨਹੀਂ ਕਰਦੇ ਕਿ ਜਿਹੜੀਆਂ ਆਲਰੇਡੀ ਡਿਸਪੈਂਸਰੀਆਂ ਅਸੀਂ ਉਹਦੇ ਹਾਲਾਤ ਸੁਧਾਰ ਦਿਆਂਗੇ। ਇਧਰ ਵਿਰੋਧੀ ਧਿਰਾਂ ਸਿੱਧਾ ਸੀਐਮ ਅਤੇ ਸਰਕਾਰ ਤੇ ਸਵਾਲ ਖੜੇ ਕਰ ਰਹੀਆਂ ਨੇ ਤਾਂ ਸਰਕਾਰ ਵੀ ਚੁੱਪ ਨਹੀਂ ਹੈ। ਸਰਕਾਰ ਵੱਲੋਂ भी गेंद सीधी ਹੋਰ पाले में सुट दी गई है। आयुष्मान भारत योजना जो थी उसका एग्रीमेंट था जो वो एसबीआई के जो लाइफ इंश्योरेंस कंपनी थी उसके साथ सरकार का हुआ था, पर लेकिन पुरानी सरकार ने दिसंबर में जो है दिसंबर 2021 में उसको रद्द कर दिया था। पर लेकिन हमने उसको ट्रस्ट मोड पे चला रहे हैं। जितने भी पेंडिंग बकाये पड़े हैं उनकी राशि हमने जारी कर दी है। बहरहाल पीजीआई च इलाज बंद होने ते सियासत पब्बा भार है, सवालों की भरमार है। सवाल है कि बकाये का भुगतान कदों करेगी सरकार ते आम जनमानस के लिए उस तो भी बड़ा सवाल कि बिना भुगतान किवें होएगा इलाज। ब्यूरो रिपोर्ट जी मीडिया। इस पूरे मामले दे विच जो सवाल उठ रहे ने अज इस पूरे मुद्दे दी गल दे विच जिन्हां दी गल होएगी वो सवाल ने कि मरीजां दी इस विचाले खज्जल खुआरी दा जिम्मेवार कौन है। ये पहला सवाल जो जी पंजाब हरियाणा हिमाचल चुक रहे कि उन्हां दा की कसूर है। दूजा सवाल बकाया दा भुगतान क्यों नहीं कर रही सरकार, क्यों भुगतान दे विच देरी हुई है। तीजा सवाल इलाज ते आखिर कपलेबाजी दी तलवार क्यों लटक रही है, क्योंकि इस तो पहला इल्जाम लगाए गए ने कि कुछ कपले पिछलियां सरकारां दे विच होए ने। मालविंदर कंग होरां ने कहा सी सो लगातार इस मामले ते तुहाडे सामने एक पक्ष रख रहे हैं ते हर मेहमान दा पक्ष जाणांगे, हर पार्टी दा पक्ष जाणांगे। साडे मेहमान साडे नाल इस चर्चा दे विच जुड़ चुके ने, एक एक करके उन्हां दा तारुफ तुहाडे नाल करा दिंदे आ। साडे नाल भाजपा तो अनिल सरीन साहब जुड़ चुके ने, सर बहुत स्वागत है तुहाडा। सहजपाल बराड़ साडे नाल कांग्रेस तो जुड़े ने, इन्हां दा भी स्वागत है। अर्शदीप कलेर साहब श्रोमणी अकाली दल तो साडे नाल ने ते सियासी माहर प्रोफैसर मनजीत सिंह जी साडे नाल इस चर्चा दे विच जुड़ चुके ने। सब तो पहला तुहाडे कोले ही आऊंगी प्रोफैसर मनजीत जी, इस पूरे मामले दे विच जो सब तो पहला सवाल अज इस चर्चा दे विच उठ रहा है कि बकाये नहीं जारी हुए, सरकारां दा शायद इस दौरान कुछ नहीं गया होना, पर जो मरीज इस पूरे प्रोसेस दे विच इलाज तो वांझे रहे या जिन्हां नूं अस्पतालां तो मुड़ना पिया उन्हां दा की कसूर सी। खास तौर ते जो क्रॉनिक डिसीजेज ने, खास तौर ते जो कैंसर की गल की जाए, कीमोथैरेपी की गल की जाए, जिसका समाबद्ध सीमा तय हुंदी है, एक दिन बाद थैरेपी लैनी हुंदी है, उन्हां मरीजां दा की कसूर है जिन्हां दी खज्जल खुआरी हुई है इस दौरान। देखो किसी भी लोकतंत्रक प्रणाली ਲਈ दो ਜਿਹੜੀਆਂ ਸਹੂਲਤਾਂ ਬੇਸਿਕਲੀ ਮਾੜੀ ਤੋਂ ਮਾੜਾ ਵੀ ਡੈਮੋਕ੍ਰੇਸੀ ਜਿਹੜੀ ਉਹ ਆਪਣੇ ਲੋਕਾਂ ਨੂੰ ਦਿੰਦੀ ਹੈ। ਇੱਕ ਹੈਗੀ ਹੈ ਪੜ੍ਹਾਈ ਤੇ ਦੂਸਰੀ ਹੈਗੀ ਹੈ ਸਿਹਤ ਸੇਵਾਵਾਂ। ਕਿਉਂਕਿ ਹਰ ਬੰਦਾ ਹੀ ਇਸ ਦੀ ਕਿਤੇ ਨਾ ਕਿਤੇ ਦਾਇਰੇ ਚ ਆਉਂਦਾ ਹੈ ਤੇ ਇਸ ਲਈ ਇਹ ਜ਼ਰੂਰੀ ਹੈ ਕਿ ਉਹ ਉਹਨਾਂ ਦੀ ਜ਼ਿੰਮੇਵਾਰੀ ਨੂੰ ਨਿਭਾਵੇ। ਪਰ ਇਹ ਦੇਖਣ ਵਾਲੀ ਗੱਲ ਇਹ ਮਿਲ ਰਹੀ ਹੈ ਇਸ ਵੇਲੇ कि ਆਪਾਂ ਵੱਡੀਆਂ ਵੱਡੀਆਂ ਹੋਰ ਮਤਲਬ ਕਦੀ ਦਿੱਲੀ ਮਾਡਲ ਇਹ ਮਾਡਲ ਉਹ ਤੇ ਗੱਲਾਂ ਕਰ ਰਹੇ ਹਾਂ, ਅਸੀਂ ਮੁਹੱਲਾ ਕਲੀਨਿਕ ਤੇ ਗੱਲ ਕਰ ਰਹੇ ਹਾਂ। ਜਿਹੜਾ ਸਾਡਾ 7 ਤਹਿ ਦੇ ਉੱਤੇ 7 ਪੱਧਰੀ 7 ਉਹਦੇ ਚ ਲੇਅਰਸ ਹੈਗੀਆਂ, ਉਹ ਜਿਹੜਾ ਸਿਸਟਮ ਹੈ ਸਾਡਾ ਆਲਰੇਡੀ ਉਹਨੂੰ ਕਿਉਂ ਨਹੀਂ ਅਸੀਂ ਚਲਾਉਂਦੇ, ਉਹਨੂੰ ਕਿਉਂ ਬੰਦ ਕਰੀ ਜਾਂਦੇ ਆ। ਇਹ ਜਿਹੜਾ 16 ਕਰੋੜ ਦਾ ਸਾਰਾ ਮਾਮਲਾ ਪੀਜੀਆਈ ਦਾ ਕਿੱਡਾ ਕੁ ਵੱਡਾ ਮਾਮਲਾ ਹੈਗਾ ਆ। ਉਹ ਕਹਿੰਦੇ ਜੀ 7 ਮਹੀਨੇ ਹੋਏ ਸਾਨੂੰ ਪੈਸੇ ਨਹੀਂ ਦਿੱਤੇ। ਇਸ ਤਰੀਕੇ ਨਾਲ ਹੁਣ ਮੈਨੂੰ ਨਵੀਂ ਗੱਲ ਸੁਣਨ ਨੂੰ ਮਿਲੀ ਆ 32 ਸੈਕਟਰ ਤੇ 16 ਸੈਕਟਰ ਜਿਹੜੇ ਗਵਰਨਮੈਂਟ ਹਸਪੀਟਲ ਹੈ ਚੰਡੀਗੜ੍ਹ ਉਹਨਾਂ ਨੇ ਵੀ ਬੰਦ ਕਰ ਦਿੱਤਾ ਕਿ ਚੰਡੀਗੜ੍ਹ ਵਾਲੇ ਸਾਰੇ ਹਸਪਤਾਲਾਂ ਨੇ ਕਰਤਾ ਕਿ ਆਯੁਸ਼ਮਾਨ ਜਿਹੜਾ ਮੈਨੂੰ ਕਹਿਣਾ ਥੋੜਾ ਮੁਸ਼ਕਲ ਲੱਗ ਰਿਹਾ ਜੀ ਉਹਦੇ ਤਹਿਤ ਜਿਹੜੀ ਇਹ ਬੀਮਾ ਸੀਗਾ ਉਸ ਨੂੰ ਅਸੀਂ ਮਰੀਜ਼ 5 ਲੱਖ ਤੱਕ ਦੀ ਲਿਮਿਟ ਦੇ ਨਹੀਂ ਐਡਮਿਟ ਕਰਾਂਗੇ।
ਇਹ ਬੜੀ ਅਫਸੋਸ ਦੀ ਗੱਲ ਹੈ ਕਿ ਜਦੋਂ ਚੀਮਾ ਸਾਹਿਬ ਅਮ੍ਰਿਤਾ ਇਸ ਗੱਲ ਲਈ ਕਹਿ ਰਹੇ ਆ ਕਿ ਸਾਡੇ ਕੋਲ ਪੈਸਾ ਐਤਕੀ ਤੇ ਜ਼ਿਆਦਾ ਆਇਆ ਜੀ। ਤੇ 16 ਕਰੋੜ ਰੁਪਈਆ ਜਾਂ 20 ਕਰੋੜ ਰੁਪਈਆ ਚੰਡੀਗੜ੍ਹ 'ਚ ਜਿੰਨਾ ਉਹਨੂੰ ਕਿਉਂ ਨਹੀਂ ਇੱਕਦਮ ਕਲੀਅਰ ਕੀਤਾ ਜਾਂਦਾ। ਇਹੀ ਹਾਲਤ ਗੰਨੇ ਵਾਲਿਆਂ ਦੀ ਆ। ਹੁਣੇ ਉਹਨਾਂ ਨੂੰ ਕਹਿ ਕੇ ਕਿਸਾਨ ਮਿਲ ਕੇ ਗਏ ਆ ਵੀ 3-4 ਘੰਟੇ ਰਾਤ ਨੂੰ ਮੀਟਿੰਗ 9 ਵਜੇ ਤੱਕ ਹੁੰਦੀ ਰਹੀ ਵੀ ਸਾਡਾ ਗੰਨੇ ਵਾਲਿਆਂ ਦਾ ਤੇ ਬਕਾਇਆ ਵਾਪਸ ਕਰੋ। ਮੈਨੂੰ ਲੱਗਦਾ ਕਿ ਜੇ ਸਾਡੇ ਕੋਲ ਖਜ਼ਾਨੇ 'ਚ ਪੈਸਾ ਆ ਰਿਹਾ ਜਿਵੇਂ ਚੀਮਾ ਸਾਹਿਬ ਫਾਈਨੈਂਸ ਮਿਨਿਸਟਰ ਬਾਰ-ਬਾਰ ਕਹਿ ਰਹੇ ਆ ਤਾਂ ਫਿਰ ਘੱਟੋ ਘੱਟ ਸਿਹਤ ਵਾਲੇ ਸੈਂਸਿਟਿਵ ਮਾਮਲੇ ਤੇ ਸਾਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਇਹ ਤੁਰੰਤ ਭੁਗਤਾਨ ਕਰਕੇ ਮਰੀਜ਼ਾਂ ਨੂੰ ਖੱਜਲ ਖੁਆਰੀ ਤੋਂ ਬਚਾਉਣਾ ਚਾਹੀਦਾ। ਬਿਲਕੁਲ ਕਲੇਰ ਸਾਹਿਬ ਤੁਹਾਡੇ ਤੇ ਵੀ ਇਲਜ਼ਾਮ ਲੱਗੇ ਨੇ, ਪਿਛਲੀ ਸਰਕਾਰ ਤੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਕੁਝ ਇੰਸ਼ੋਰੈਂਸ ਸੀ ਉਸ ਨੂੰ ਬੰਦ ਕੀਤਾ ਗਿਆ, ਉਸ ਪੈਸੇ ਨੂੰ ਰੋਕਿਆ ਗਿਆ। ਇੱਥੋਂ ਤੱਕ ਕਿ ਮਾਲਵਿੰਦਰ ਕੰਗ ਸਾਹਿਬ ਨੇ ਕਿਹਾ ਕਿ ਅਸੀਂ ਪੈਸਾ ਰੋਕਿਆ ਨਹੀਂ ਹੈ, ਅਸੀਂ ਕੁਝ ਘਪਲੇ ਹੋਏ ਨੇ ਉਹਨਾਂ ਦੀ ਜਾਂਚ ਕਰ ਰਹੇ ਹਾਂ, ਪੈਸਾ ਜ਼ਰੂਰ ਰਿਲੀਜ਼ ਹੋਏਗਾ। ਪਿਛਲੀਆਂ ਸਰਕਾਰਾਂ ਤੇ ਇਲਜ਼ਾਮ ਕਿਉਂ ਲਗਾਏ ਜਾ ਰਹੇ ਨੇ? ਤੇ ਸਮੇਂ ਦੀ ਵੀ ਗੱਲ ਕੀਤੀ ਜਾਏ ਤਾਂ 7 ਮਹੀਨੇ ਜਾਂ 9 ਮਹੀਨੇ ਦਾ ਕੁਝ ਸਮਾਂ ਦੱਸਿਆ ਜਾ ਰਿਹਾ, ਉਸ ਦੇ ਵਿੱਚ ਪਿਛਲੀ ਸਰਕਾਰ ਵੀ ਆਉਂਦੀ ਹੈ, ਤੁਹਾਡੇ ਵੱਲੋਂ ਵੀ ਪੈਸੇ ਨਹੀਂ ਸੀ ਰਿਲੀਜ਼ ਕੀਤੇ ਗਏ। ਅਮ੍ਰਿਤਾ, ਮੈਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰ ਦਿਆਂ ਕਿ ਜਿਹੜਾ ਕਾਰਜਕਾਲ ਦਾ ਉਹ ਜ਼ਿਕਰ ਕਰ ਰਹੇ ਹੋ ਕਾਂਗਰਸ ਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2007 ਤੋਂ 17 ਸੀ, ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ। ਸਹਿਜਪਾਲ ਬਰਾੜ ਸਾਹਿਬ ਨੂੰ ਮੇਰਾ ਸਵਾਲ ਹੈ, ਮਾਫ ਕਰਨਾ ਕਲੇਰ ਸਾਹਿਬ, ਕਾਂਗਰਸ ਦਾ ਤਾਂ ਮਾਫ ਕਰਨਾ ਕਲੇਰ ਸਾਹਿਬ, ਤੁਹਾਨੂੰ ਨਹੀਂ, ਇਹ ਬਰਾੜ ਸਾਹਿਬ ਨੂੰ ਸਵਾਲ ਦੇ। ਜੀ ਮੈਮ ਜੀ ਹਾਂਜੀ ਅਮ੍ਰਿਤਾ ਜੀ, ਗੱਲ ਇਹ ਹੈ ਕਿ ਬਿਲਕੁਲ ਇਹ 7 ਮਹੀਨੇ ਪੁਰਾਣੀ ਗੱਲ ਹੈ ਕਿ 7 ਮਹੀਨਿਆਂ ਤੋਂ ਜਿਹੜਾ ਇਹ ਪੀਜੀਆਈ ਨੂੰ ਜਿਹੜਾ 16 ਕਰੋੜ ਰੁਪਈਆ ਭੇਜਣਾ ਸੀ ਉਹ ਸਰਕਾਰ ਨੇ ਨਹੀਂ ਦਿੱਤਾ। ਪਰ ਅਮ੍ਰਿਤਾ ਜੀ ਗੱਲ ਇਹ ਹੈ ਕਿ ਅੱਜ ਸਰਕਾਰ ਕਿਹਦੀ ਹੈ? ਜੇ ਕਾਂਗਰਸ ਗਵਰਨਮੈਂਟ ਨੇ 16 ਕਰੋੜ ਰੁਪਈਆ ਨਹੀਂ ਦਿੱਤਾ ਤਾਂ ਕਾਂਗਰਸ ਪਾਰਟੀ ਨੂੰ 117 ਦੇ ਵਿੱਚੋਂ ਕੱਲੀਆਂ 18 ਸੀਟਾਂ ਆਈਆਂ, ਮੰਨਦੇ ਹੋ ਤੁਸੀਂ? ਆਈਆਂ ਲੋਕਾਂ ਦੇ ਸਾਹਮਣੇ ਹੈ, ਪਰ ਇਹਨਾਂ ਨੂੰ ਲਗਭਗ ਤੁਸੀਂ 91 ਅਲੱਗ ਤੇ 92 ਸਾਡੇ ਜਨਾਬ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਜੀ ਆਏ ਆ, ਇਹਨਾਂ ਨੇ ਤਾਂ ਬੜੇ ਵੱਡੀਆਂ ਗੱਲਾਂ ਕਰਤੀਆਂ ਸੀਗੀਆਂ ਕਿ ਅਸੀਂ ਦਿੱਲੀ ਵਾਲਾ ਮਾਡਲ ਪੰਜਾਬ 'ਚ ਲੈ ਕੇ ਆਵਾਂਗੇ। ਪਰ ਬਰਾੜ ਸਾਹਿਬ ਇਹ ਵੋਟਾਂ ਦਾ ਮਾਮਲਾ ਨਹੀਂ ਹੈ, ਇਹ ਬੇਸਿਕ ਸਹੂਲਤਾਵਾਂ ਨੇ ਤੇ ਇੱਕ ਪਾਸੇ ਤਾਂ ਇਹ ਕਿ ਸਰਕਾਰ ਨੇ ਆਪਣੇ ਕੁਝ ਐਫਰਟਸ ਕਰਨੇ ਸੀ, ਇਹ ਤਾਂ ਕੇਂਦਰ ਦੀ ਯੋਜਨਾ ਹੈ ਨਾ, ਸੂਬਾ ਸਰਕਾਰ ਨੇ ਤਾਂ ਸਿਰਫ ਆਪਣੇ ਪਾਸੇ ਦਾ ਫੰਡ ਦੇਣਾ ਸੀ, ਉਸ ਦੇ ਵਿੱਚ ਵੀ ਆਪਾਂ ਪਿੱਛੇ ਰਹਿ ਗਏ ਤੇ ਫਿਰ ਆਪਾਂ ਹੋਰ ਕਿਹੜੇ ਵਾਅਦੇ ਜਨਤਾ ਦੇ ਨਾਲ ਕੀਤੇ ਪੂਰੇ ਕਰਾਂਗੇ? ਪਛਤਾਵਾ ਹੈ ਕੋਈ ਕਿ ਅੱਜ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ? ਅਮ੍ਰਿਤਾ ਜੀ ਮੈਂ ਬਿਲਕੁਲ ਅਮ੍ਰਿਤਾ ਜੀ ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਸਿਹਤ ਤੇ ਜਿਹੜੀ ਸਾਡੀ ਸਿਹਤ ਹੈ, ਪੜ੍ਹਾਈ ਹੈ, ਸਾਡੀ ਸਿਖਲਾਈ ਹੈ, ਇਹ ਸਭ ਤੋਂ ਆਪਾਂ ਮੁੱਢਲਾ ਸਮਝਦੇ ਹਾਂ ਕਿ ਰੋਟੀ ਕੱਪੜਾ ਤੇ ਮਕਾਨ ਤੇ ਨਾਲ ਸਿਹਤ। ਪਰ ਮੈਡਮ ਗੱਲ ਇਹ ਹੈ ਕਿ ਕਾਂਗਰਸ ਗਵਰਨਮੈਂਟ ਨੇ, ਮੈਂ ਪਹਿਲਾਂ ਹੀ ਇਹ ਜਵਾਬ ਦੇ ਚੁੱਕਿਆ, ਪਰ ਭਗਵੰਤ ਸਿੰਘ ਮਾਨ ਨੇ ਜੇ ਆਪਾਂ ਸਿਰਫ 16 ਕਰੋੜ ਰੁਪਈਆ, ਇਹ 160 ਕਰੋੜ ਰੁਪਈਆ ਨਹੀਂ ਆ, ਲਗਭਗ 100 ਕਰੋੜ ਰੁਪਈਏ ਦੇ ਨੇੜੇ ਜਿਹੜਾ ਭਗਵੰਤ ਸਿੰਘ ਮਾਨ ਨੇ ਹਰੇਕ ਸ਼ਹਿਰ 'ਚ ਫਲੈਕਸ ਚਲਾਤਾ। ਲਾਈਕ ਹੁਣ ਅਸੀਂ ਮੋਹਾਲੀ ਬੈਠੇ, ਮੋਹਾਲੀ ਦੇ ਵਿੱਚ ਲਗਭਗ 200 ਫਲੈਕਸ ਲੱਗਿਆ ਪਿਆ, ਜਿੱਤੇ ਇੱਕੋ ਗੱਲ ਲਿਖੀ ਹੈ ਕਿ 16 ਨਵੇਂ ਮੈਡੀਕਲ ਕਾਲਜ ਖੋਲੇ ਜਾਣਗੇ। ਉਸ ਤੋਂ ਪਹਿਲਾਂ ਕੀ ਫਲੈਕਸ ਲੱਗੇ ਸੀਗੇ ਕਿ ਜਿਹੜੇ ਮੁਹੱਲਾ ਕਲੀਨਿਕ ਖੋਲੇ ਜਾਣਗੇ। ਮੈਡਮ 28.5 ਲੱਖ ਰੁਪਈਆ ਇੱਕ ਮੁਹੱਲਾ ਕਲੀਨਿਕ ਤੇ ਲੱਗਿਆ, ਉੱਥੇ ਕੀ ਟੈਸਟ ਹੋਣੇ ਆ? ਉੱਥੇ ਸਿਰ ਦੁਖਦੇ ਦੀ ਦਵਾਈ ਮਿਲਣੀ ਹੈ, ਖੂਨ ਟੈਸਟ, ਪਿਸ਼ਾਬ ਟੈਸਟ। ਮੈਡਮ ਇਹ ਟੈਸਟ ਪਿੰਡਾਂ ਵਾਲੇ ਲੋਕ, ਆਮ ਗਰੀਬ ਲੋਕ 50 ਰੁਪਏ ਪਿੰਡ ਦੇ ਠੀਕ ਹੈ ਬਰਾੜ ਸਾਹਿਬ, ਇਹ ਸਭ ਤਕਰੀਰਾਂ ਤਾਂ ਸਭ ਦੇ ਸਾਹਮਣੇ ਨੇ, ਪਰ ਮੈਂ ਤੁਹਾਡੇ ਸਮੇਂ ਦੀ ਗੱਲ ਕਰ ਰਹੀ ਹਾਂ। ਖੈਰ ਤੁਹਾਡੇ ਕੋਲ ਆਉਂਗੀ। ਕਲੇਰ ਸਾਹਿਬ, ਅੱਜ ਕੀ ਕਾਂਗਰਸ ਇਹ ਕਹਿ ਕੇ ਬਚ ਸਕਦੀ ਹੈ ਕਿ ਸਾਨੂੰ ਤਾਂ ਜਨਤਾ ਨੇ ਇਸੇ ਕਰਕੇ ਕੁਰਸੀ ਤੋਂ ਲਾ ਦਿੱਤਾ ਸੀ, ਅਸੀਂ ਜੇ ਨਹੀਂ ਭੁਗਤਾਨ ਕੀਤਾ, ਕੀ ਇਹ ਇਸ ਚੀਜ਼ ਦਾ ਐਕਸਕਿਊਜ਼ ਹੈ? ਵਾਰ-ਵਾਰ ਤੁਹਾਨੂੰ ਕਾਲਸ ਆ ਰਹੀਆਂ ਨੇ, ਪੀਜੀਆਈ ਪ੍ਰਸ਼ਾਸਨ ਕਾਲ ਕਰ ਰਿਹਾ ਹੈ। ਅੱਛਾ, ਪੀਜੀਆਈ ਨੇ ਤਾਂ ਬਾਅਦ ਚ ਬੰਦ ਕੀਤਾ ਹੈ, ਉਸ ਤੋਂ ਪਹਿਲਾਂ ਜੋ ਹੋਰ ਹਸਪਤਾਲ ਨੇ, ਸੈਕਟਰ 32 ਦੀ ਗੱਲ ਕਰ ਲਈਏ, 16 ਦੀ ਗੱਲ ਕਰ ਲਈਏ, ਇਹ ਵੱਡੇ ਹਸਪਤਾਲ ਪਹਿਲਾਂ ਮਾਰਚ ਦੇ ਵਿੱਚ ਇਲਾਜ ਬੰਦ ਕਰ ਚੁੱਕੇ ਨੇ, ਉਦੋਂ ਵੀ ਕੋਈ ਅਲਾਰਮਿੰਗ ਸਿਚੁਏਸ਼ਨ ਦਾ ਅੰਦਾਜ਼ਾ ਨਹੀਂ ਹੋਇਆ। ਅਮ੍ਰਿਤਾ ਦੇਖੋ, ਗੱਲ ਇਹ ਹੈ ਕਿ ਕਾਂਗਰਸ ਦਾ ਜਿਹੜਾ ਜਿਹਾ ਮਾੜਾ ਰਾਜ, ਝੂਠੇ ਵਾਅਦੇ ਰਹੇ ਨੇ, ਉਹ ਸਾਡੇ ਸਾਰਿਆਂ ਦੇ ਸਾਹਮਣੇ ਕੋਈ ਨਵੀਂ ਗੱਲ ਨਹੀਂ। ਪਰ ਸਵਾਲ ਅੱਜ ਇਹ ਖੜਾ ਹੁੰਦਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਕਰੋੜਾਂ ਰੁਪਈਆ, ਦੇਖੋ 40 ਕਰੋੜ ਰੁਪਈਆ ਇਹ ਇਸ਼ਤਿਹਾਰਬਾਜ਼ੀ ਦੇ ਉੱਤੇ ਖਰਚ ਚੁੱਕੇ ਨੇ, ਅਗਰ 40 ਕਰੋੜ ਰੁਪਈਆ ਅਸੀਂ ਇਸ਼ਤਿਹਾਰਾਂ ਤੇ ਖਰਚ ਸਕਦੇ ਹਾਂ ਤਾਂ ਕੀ ਅਸੀਂ 16 ਕਰੋੜ ਲੋਕਾਂ ਦੀ ਜ਼ਿੰਦਗੀ ਵਾਸਤੇ ਨਹੀਂ ਲਾ ਸਕਦੇ? ਕੀ ਸਰਕਾਰ ਦਾ ਇਹ ਮੁੱਢਲਾ ਫਰਜ਼ ਨਹੀਂ ਕਿ ਸਿਹਤ ਸਹੂਲਤ ਆਪਣੇ ਲੋਕਾਂ ਨੂੰ ਦੇਵੇ? ਔਰ ਅੱਜ ਪੰਜਾਬ ਦੀ ਤਰਾਸਦੀ ਇਹ ਹੈ ਕਿ ਪੰਜਾਬ ਦੇ ਵਿੱਚ ਬੈਕ ਗੇਅਰ ਲਾਤਾ। ਅੱਜ ਤੋਂ 15 ਸਾਲ ਪਹਿਲਾਂ ਪੰਜਾਬ ਦੇ ਵਿੱਚ ਪੀਜੀਆਈ ਏਮਸ ਦੀ ਗੱਲ ਹੋ ਰਹੀ ਸੀ, ਪੀਜੀਆਈ ਏਮਸ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਆਇਆ, ਬਣਿਆ, ਤੇ ਅੱਜ ਪੰਜਾਬ ਕੀ ਗੱਲ ਕਰ ਰਿਹਾ? ਮਹੱਲਾ ਕਲੀਨਿਕ। ਕੇਜਰੀਵਾਲ ਆਪਣਾ ਫੇਲ ਮਾਡਲ ਦਿੱਲੀ ਦਾ ਉਹਨੂੰ ਪੰਜਾਬ ਤੇ ਧੱਕੇ ਨਾਲ ਥੋਪ ਰਹੇ ਨੇ, ਔਰ ਉਰੇ ਦੇ ਜਿਹੜੇ
ਸੁਪਰ ਸੀਐਮ ਰਾਘਵ ਚੱਡਾ ਜੀ ਨੇ ਉਹ ਉਹਨੂੰ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਰਹੇ ਨੇ। ਭਗਵੰਤ ਮਾਨ ਸਾਹਿਬ ਤਾਂ ਮੈਨੂੰ ਲੱਗਦਾ ਡਿਸੀਜਨ ਮੇਕਿੰਗ ਤੋਂ ਹੀ ਬਾਹਰ ਨੇ। ਠੀਕ 15 ਕਰੋੜ ਰੁਪਈਆ ਸਿਰਫ 75 ਮਹੱਲਾ ਕਲੀਨਿਕਾਂ ਦੇ ਉੱਤੇ ਖਰਚ ਦਿੱਤਾ ਗਿਆ ਹੈ, ਜਿਹੜੀਆਂ ਕਿ ਹਲੇ ਸਿਰਫ ਅੰਡਰ ਰੈਨੋਵੇਸ਼ਨ ਨੇ, ਜਿਨ੍ਹਾਂ ਤੇ ਫਜ਼ੂਲ ਦਾ ਪੈਸਾ ਖਰਚਿਆ। ਕੀ ਇਹ ਪੈਸਾ ਚੰਡੀਗੜ੍ਹ ਨੂੰ ਨਹੀਂ ਰਿਲੀਜ਼ ਕੀਤਾ ਜਾ ਸਕਦਾ ਸੀ, ਪੀਜੀਆਈ ਨੂੰ, ਸੈਕਟਰ 32 ਨੂੰ, ਸੈਕਟਰ 16 ਨੂੰ? ਸੋ ਸਵਾਲੀਆ ਨਿਸ਼ਾਨ ਸਰਕਾਰ ਦੇ ਉੱਤੇ ਬਹੁਤ ਵੱਡੇ ਖੜੇ ਹੋ ਗਏ ਨੇ ਕਿ ਸਿਰਫ ਦਮਗਜੇ ਮਾਰਨੇ ਨੇ। ਹਰ ਫਰੰਟ ਦੇ ਉੱਤੇ ਸਰਕਾਰ ਫੇਲ ਹੈ। ਮੂੰਗੀ ਦਾ ਵਾਅਦਾ ਕਰਦੇ ਸੀ, ਉਹ ਨਹੀਂ ਕਿਸਾਨਾਂ ਨੂੰ ਦਿੱਤਾ। ਬਿਜਲੀ ਆਉਂਦੀ, ਲਾਅ ਐਂਡ ਆਰਡਰ ਟਰਸਟ ਹੈ। ਅੱਜ ਸਿਹਤ ਸਹੂਲਤਾਂ ਦਾ ਵੀ ਜਲੂਸ ਨਿਕਲਿਆ ਪਿਆ। ਸੋ ਸਰਕਾਰ ਦੱਸੇ ਤਾਂ ਸਹੀ ਪੈਸਾ ਜਾ ਕਿੱਥੇ ਰਿਹਾ। ਔਰ ਅੰਮ੍ਰਿਤਾ, ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਚਾਹੂੰਗਾ, ਤੁਸੀਂ ਦੇਖੋ ਵੀ ਜਦੋਂ ਪੰਜਾਬ ਦਾ ਕੋਈ ਸੈਂਸਿਟਿਵ ਮੁੱਦਾ ਹੁੰਦਾ ਹੈ, ਇਹ ਡਿਬੇਟਾਂ ਤੋਂ ਵੀ ਭੱਜ ਜਾਂਦੇ ਨੇ। ਅੱਜ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਮੈਂ ਪਿਛਲੀਆਂ ਕਈ ਡਿਬੇਟਾਂ ਤੋਂ ਦੇਖ ਰਿਹਾ ਕਿ ਸੈਂਸਿਟਿਵ ਮੁੱਦਾ ਆਉਂਦਾ, ਇਹ ਡਿਬੇਟ ਤੋਂ ਭੱਜ ਜਾਂਦੇ ਨੇ। ਸੋ ਕਿਸ ਤਰੀਕੇ ਦੇ ਨਾਲ ਪੰਜਾਬ 'ਚ ਸਰਕਾਰ ਚਲਾ ਰਹੇ ਨੇ, ਬਿਲਕੁਲ ਇਸ ਦੀ ਜਵਾਬਦੇਹੀ ਤਾਂ ਸਰਕਾਰ ਦੀ ਹੈ ਹੀ। ਸਰੀਨ ਸਾਹਿਬ ਤੁਹਾਡੇ ਕੋਲ ਆਉਂਗੀ, ਕਿਉਂਕਿ ਕੇਂਦਰ ਦੀ ਇਹ ਯੋਜਨਾ ਹੈ, ਚੰਗੀ ਯੋਜਨਾ ਹੈ, ਚੰਗਾ ਉਪਰਾਲਾ ਹੈ, ਕਿਉਂਕਿ ਇੱਕ ਗਰੀਬ ਤਬਕੇ ਦਾ ਇਨਸਾਨ ਇਸ ਆਯੁਸ਼ਮਾਨ ਯੋਜਨਾ ਤਹਿਤ 5 ਲੱਖ ਤੱਕ ਦਾ ਆਪਣਾ ਇਲਾਜ ਮੁਫਤ ਕਰਾ ਸਕਦਾ ਹੈ। ਅੱਜ ਉਹ ਇਸ ਇਲਾਜ ਤੋਂ ਜਾਂ ਇਸ ਪੈਸੇ ਤੋਂ ਕਿਤੇ ਨਾ ਕਿਤੇ ਸਰਕਾਰ ਦੀ ਅਣਗਹਿਲੀ ਕਰਕੇ ਵਾਂਝਾ ਰਿਹਾ ਹੈ। ਪਰ ਕਿਉਂਕਿ ਉਪਰਾਲਾ ਕੇਂਦਰ ਦਾ ਹੈ, ਕੋਈ ਜਵਾਬ ਨਹੀਂ ਮੰਗਿਆ ਗਿਆ ਪੰਜਾਬ ਸਰਕਾਰ ਤੋਂ, ਭਾਵੇਂ ਕਾਂਗਰਸ ਦੀ ਸੀ, ਭਾਵੇਂ ਅੱਜ ਆਮ ਆਦਮੀ ਪਾਰਟੀ ਦੀ ਹੈ, ਕਿ ਬਈ ਤੁਹਾਡੇ ਫੰਡਸ ਕਿਉਂ ਨਹੀਂ ਰਿਲੀਜ਼ ਹੋ ਰਹੇ। ਕਿਉਂਕਿ ਨੈਸ਼ਨਲ ਹੈਲਥ ਅਥਾਰਟੀ ਨੂੰ ਵੀ ਪੀਜੀਆਈ ਨੇ ਲੈਟਰ ਲਿਖਿਆ ਸੀ ਸਾਡੀ ਜਾਣਕਾਰੀ ਮੁਤਾਬਕ। ਸੋ ਉਸ ਮੁਤਾਬਕ ਕਿ ਕੇਂਦਰ ਵੱਲੋਂ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਪੁੱਛੀ ਗਈ ਕਿ ਬਈ ਤੁਸੀਂ ਫੰਡਸ ਕਿਉਂ ਨਹੀਂ ਰਿਲੀਜ਼ ਕਰੇ। ਤੁਹਾਡੇ ਹਿੱਸੇ ਦੇ ਫੰਡਸ ਰਿਲੀਜ਼ ਨਾ ਹੋਣ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ। ਅੰਮ੍ਰਿਤਾ ਜੀ, ਇਹ ਦੁੱਖ ਦੀ ਗੱਲ ਕਿ ਅੱਜ ਪੰਜਾਬ ਦੀ ਜਨਤਾ ਤਰਾਹੀ ਕਰ ਰਹੀ ਹੈ ਜੀ, ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਆਯੁਸ਼ਮਾਨ ਭਾਰਤ ਵਰਲਡ ਦੀ ਸਭ ਤੋਂ ਬੈਸਟ ਔਰ ਸਭ ਤੋਂ ਵੱਡੀ ਹੈਲਥ ਫੈਸਿਲਿਟੀ ਦੀ ਸਕੀਮ ਸੀਗੀ, ਔਰ ਪੂਰੇ ਦੇਸ਼ ਭਰ ਵਿੱਚ ਲਗਭਗ 18 ਕਰੋੜ 46 ਲੱਖ 88,473 ਕਾਰਡਸ ਇਹਦੇ ਦਿੱਤੇ ਜਾ ਚੁੱਕੇ ਨੇ, ਔਰ 3 ਕਰੋੜ 39 ਲੱਖ 22,442 ਲੋਕ ਹੁਣ ਤੱਕ ਇਸ ਦਾ ਬੈਨੀਫਿਟ ਲੈ ਚੁੱਕੇ ਨੇ। ਔਰ ਕੇਂਦਰ ਸਰਕਾਰ ਨੇ 36,500 ਕਰੋੜ ਰੁਪਇਆ ਇਹਨਾਂ ਦੇ ਇਲਾਜ ਵਾਸਤੇ ਡਿਸਬਰਸ ਕੀਤਾ, ਔਰ 27,000 ਹਸਪੀਟਲ ਇਹਦੇ ਇੰਪੈਨਲਡ ਹੈਗੇ ਨੇ ਦੇਸ਼ ਭਰ ਵਿੱਚ। ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਭਗ 44,11,679 ਲੋਕਾਂ ਨੂੰ ਇਹਦਾ ਲਾਭ ਮਿਲਦਾ ਸੀਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਆਯੁਸ਼ਮਾਨ ਭਾਰਤ ਆਈ ਸਾਡੇ ਪੰਜਾਬ ਦੀ, ਚਾਹੇ ਪਹਿਲੀ ਕਾਂਗਰਸ ਸਰਕਾਰ ਸੀ, ਉਹਨਾਂ ਨੂੰ ਇਹਦੇ ਚ ਰਾਜਨੀਤੀ ਜ਼ਿਆਦਾ ਕਰਨ ਦਾ ਚਾਹ ਸੀਗਾ, ਨਾ ਕਿ ਲੋਕਾਂ ਨੂੰ ਸੁਵਿਧਾ ਦੇਣ ਦਾ। ਆਯੁਸ਼ਮਾਨ ਦਾ ਨਾਮ ਆਯੁਸ਼ਮਾਨ ਭਾਰਤ ਸਰਬਤ ਚਲੋ ਬਦਲ ਲਓ, ਸਾਨੂੰ ਕੋਈ ਇਤਰਾਜ਼ ਨਹੀਂਗਾ। ਕੇਂਦਰ ਸਰਕਾਰ ਤੇ ਪੈਸੇ ਦੇਣ ਨੂੰ ਤਿਆਰ ਬੈਠੀ, ਤੁਸੀਂ ਕਿਸੇ ਤਰੀਕੇ ਕਰੋ ਤਾਂ ਸਹੀ ਉਹਨੂੰ। ਦੇਖੋ 2018 ਦੀ ਸਕੀਮ ਆਈ ਹੋਈ, 2019 ਚ ਜਾ ਕੇ ਜਿਹੜਾ ਹੈਗਾ ਪੰਜਾਬ ਚ ਲਾਗੂ ਹੁੰਦੀ ਹੈ। ਉਹਦੇ ਬਾਅਦ ਭਗਵੰਤ ਮਾਨ ਦੀ ਸਰਕਾਰ ਆ ਜਾਂਦੀ ਹੈ। ਮੈਨੂੰ ਇੱਕ ਚੀਜ਼ ਦੱਸੋ, 250 ਕਰੋੜ ਤੋਂ ਉੱਤੇ ਜਿਹੜਾ ਹਸਪੀਟਲਸ ਦਾ ਦੇਣਾ ਬਕਾਇਆ ਹੈ ਸਰਕਾਰ ਦੇ ਉੱਤੇ। ਔਰ ਦੁੱਖ ਦੀ ਗੱਲ ਇਹ ਹੈ ਕਿ ਇਹ ਉਹ ਸਰਕਾਰ ਹੈ ਜਿਹੜੀ ਹੈਲਥ ਮਾਡਲ ਦੇ ਉੱਤੇ ਸਰਕਾਰ ਬਣਾਈ, ਜਿਨ੍ਹਾਂ ਨੇ ਦਿੱਲੀ ਦਾ ਹੈਲਥ ਮਾਡਲ ਪ੍ਰੋਜੈਕਟ ਕਰਦੇ ਸੀਗੇ। ਮੈਨੂੰ ਇੱਕ ਚੀਜ਼ ਦੱਸੋ, 15 ਕਰੋੜ ਲਾ ਕੇ ਤੁਸੀਂ 75 ਮਹੱਲਾ ਕਲੀਨਿਕ ਬਣਾ ਰਹੇ ਹੋ। ਸਰੀਨ ਸਾਹਿਬ, ਬਿਲਕੁਲ ਇਹ ਸਾਰੀਆਂ ਗੱਲਾਂ ਸਭ ਦੇ ਸਾਹਮਣੇ ਨੇ, ਪਰ ਮੇਰਾ ਸਵਾਲ ਇਹ ਸੀ ਕਿ ਕੇਂਦਰ ਵੱਲੋਂ ਵੀ ਕਦੇ ਇੰਟਰੋਗੇਟ ਨਹੀਂ ਕੀਤਾ ਗਿਆ, ਕਦੇ ਕ੍ਰਾਸ ਕੁਐਸਚਨ ਨਹੀਂ ਕੀਤਾ ਗਿਆ ਮੌਜੂਦਾ ਸਰਕਾਰਾਂ ਨੂੰ। ਮੈਂ ਆ ਰਿਹਾ ਜੀ। ਗੱਲ ਇਹ ਹੁੰਦੀ ਹੈ ਕਿ ਇੱਕ ਫੈਡਰਲ ਸਟਰਕਚਰ ਹੈਗਾ, ਸੈਂਟਰ ਨੇ ਆਪਣੀ ਕੰਟਰੀਬਿਊਸ਼ਨ ਦੇਣੀ ਹੈ, ਸਟੇਟ ਨੇ ਉਸ ਨੂੰ ਆਪਣੇ ਕੰਟਰੀਬਿਊਸ਼ਨ ਪਾ ਕੇ ਇੰਪਲੀਮੈਂਟ ਕਰਨਾ। ਸੈਂਟਰ ਆਪਣੀ ਕੰਟਰੀਬਿਊਸ਼ਨ ਦੇਣ ਵਾਸਤੇ ਤਿਆਰ ਹੈ, ਦਿੰਦਾ ਰਿਹਾ ਹੈ ਹੁਣ ਤੱਕ, ਸੈਂਟਰ ਵੱਲੋਂ ਕੋਈ ਪ੍ਰੋਬਲਮ ਨਹੀਂ ਗਈ। ਔਰ ਸੈਂਟਰ ਕਈ ਵਾਰੀ ਇਹਨਾਂ ਨੂੰ ਕਹਿ ਚੁੱਕਾ ਕਿ ਭਈ ਤੁਸੀਂ ਆਪਣਾ ਕਰਕੇ ਕਰੋ। ਤੁਸੀਂ ਹੁਣ ਅੱਜ ਚੀਮਾ ਜੀ ਦਾ ਬਿਆਨ ਸੁਣ ਕੇ ਬੜਾ ਹੈਰਾਨੀ ਹੋਈ, ਅਸੀਂ ਪੀਜੀਆਈ ਨੂੰ ਪੈਸੇ ਦੇਤੇ, ਭਈ 16 ਕਰੋੜ ਦਾ ਪਿਛਲਾ ਦੇਤਾ, ਅਗਲਾ ਕਿਵੇਂ ਚੱਲੂਗਾ? ਤੁਸੀਂ ਅਜੇ ਤੱਕ ਇੰਸ਼ੋਰੈਂਸ ਕੰਪਨੀ ਨਾਲ ਨੈਗੋਸ਼ੀਏਟ ਹੀ ਨਹੀਂ ਕੀਤਾ। ਅਗਲਾ ਜਿਉਂ ਦੀ ਤੁਹਾਡੀ ਸਰਕਾਰ ਆਈ ਹੈ, ਤੁਸੀਂ ਕਿਸੇ ਇੰਸ਼ੋਰੈਂਸ ਕੰਪਨੀ ਨਾਲ ਨੈਗੋਸ਼ੀਏਟ ਹੀ ਨਹੀਂ ਕੀਤਾ। ਔਰ ਜਦ ਤੱਕ ਨੈਗੋਸ਼ੀਏਟ ਨਹੀਂ ਕੀਤਾ, ਉਹਦਾ ਇਲਾਜ ਕੌਣ ਕਰੇਗਾ, ਉਹਦੀ ਪੇਮੈਂਟ ਕੌਣ ਕਰੇਗਾ ਔਰ ਕੀ ਕਰੇਗਾ, ਇਹਦਾ ਕੋਈ ਚਾਰਟ ਨਹੀਂ ਬਣਾਇਆ। ਔਰ ਤੁਸੀਂ ਕਹਿੰਦੇ ਅਸੀਂ ਮਹੱਲਾ ਕਲੀਨਿਕ ਬਣਾਤਾ ਜੀ, ਅਸੀਂ ਲੋਕਾਂ ਨੂੰ ਸੁਵਿਧਾ ਦੇਤੀ। ਮਹੱਲਾ ਕਲੀਨਿਕ ਕੀ ਹੈ? ਬੁਖਾਰ ਹੋਊਗਾ, ਖਾਂਸੀ ਹੋਊਗੀ, ਉਹਦੀ ਦਵਾਈ ਦੇਵਾਂਗੇ, ਛੋਟੇ ਮੋਟੇ ਟੈਸਟ ਕਰ ਲਾਂਗੇ। ਜਦ ਕਿ ਆਯੁਸ਼ਮਾਨ ਭਾਰਤ ਦੇ ਵਿੱਚ ਆਪਾਂ ਸਾਰੇ ਜਾਣਦੇ ਆ, ਕੈਂਸਰ ਦਾ, ਉਹਦੇ ਪ੍ਰੋਸਟੇਟ ਕੈਂਸਰ ਦਾ ਉਹਦੇ ਚ ਇਲਾਜ ਹੁੰਦਾ ਹੈ। ਲਗਭਗ 1300 ਮੈਡੀਕਲ ਪੈਕੇजेस ਨੇ, ਜਿਹਦੇ ਚ ਹੁੰਦਾ, ਜਿਹਦੇ ਚ ਹਾਰਟ ਦੀ ਸਰਜਰੀ ਦਾ ਹੈ, ਬਾਈਪਾਸ ਦਾ ਹੈ, ਸਟੰਟ ਦਾ ਹੈ, ऑन्कोलॉजी ਦਾ ਹੈ, ਨਿਊਰੋਲੋਜੀ ਦਾ ਹੈ, ਪੈਡੀਆਟ੍ਰਿਕਸ ਹੈ, ਆਰਥੋਪੈਡਿਕਸ ਹੈ, ਔਰ ਡਾਇਲਿਸਿਸ ਹੈ, ਕੀਮੋਥੈਰੇਪੀ ਹੈ। ਸਾਰੀਆਂ ਜਿਹੜੀਆਂ ਸਵੀਅਰ ਡਿਜ਼ੀਜ਼ਸ 25 ਸਪੈਸ਼ਲਟੀਜ਼ ਜਿਹੜੀਆਂ ਹੈਗੀਆਂ ਉਹਦੇ ਚ ਕਵਰਡ ਹੁੰਦੀਆਂ ਨੇ, ਔਰ 5 ਲੱਖ ਤੱਕ ਦਾ ਉਹਦਾ ਕਵਰੇਜ ਮਿਲਦੀ ਹੈ।
ਉਹਨੇ ਮੱਲਾ ਕਲੀਨਿਕ ਦੇ ਬਿਲਕੁਲ ਦੂਗਾ ਠੀਕ ਉਹਨੂੰ। ਗੱਲ ਹੈ, ਕਿੱਥੇ ਕਿੱਥੇ ਕੋਤਾਹੀ ਹੋਈ ਔਰ ਹੈ, ਇਹ ਕਿੱਥੇ ਚੀਜ਼ ਕਿੱਥੇ ਸਾਨੂੰ ਸਮਝ ਨਹੀਂ ਪਈ ਦੁਰੁਸਤ ਅਮ੍ਰਿਤਾ ਕਰਨ ਦੀ ਜੀ ਜ਼ਰੂਰਤ ਹੈ। ਕਿ- ਸਰੀਨ ਸਾਹਿਬ, ਇਹ ਬਹੁਤ ਜ਼ਰੂਰੀ ਹੈ, ਇਸੇ ਵਿਚਾਰ ਵੀ ਕਰ ਰਹੇ ਹਾਂ। ਜਲਦ ਵਾਪਸ ਆਵਾਂਗੇ, ਇੱਕ ਛੋਟੇ ਜਿਹੇ ਵਕਫੇ ਦਾ ਵੇਲਾ ਹੋ ਗਿਆ, ਇਸ ਬ੍ਰੇਕ ਤੋਂ ਬਾਅਦ ਫੌਰਨ ਹਾਜ਼ਰ ਹੋਵਾਂਗੇ, ਇਸ ਚਰਚਾ ਨੂੰ ਇਸੇ ਸਿਰੇ ਤੋਂ ਦਿੱਤਾ।
ਚਰਚਾ ਦੇ ਵਿੱਚ ਇੱਕ ਫਿਰ ਤੋਂ तमाम ਮਹਿਮਾਨਾਂ ਦਾ ਦਰਸ਼ਕਾਂ ਦਾ ਸਵਾਗਤ ਹੈ। ਗੱਲ ਬਕਾਇਆਂ ਦੀ ਕਰਾਂਗੇ ਜਿਸ ਤੇ ਰੇੜਕੇ ਬਰਕਰਾਰ ਨੇ ਤੇ ਆਖਰ ਕਿਸ ਦਾ ਕਸੂਰ ਹੈ ਕਿ ਅੱਜ ਮਰੀਜ਼ ਖੱਜਲ ਖੁਆਰ ਹੋ ਰਹੇ ਨੇ। ਸਹਿਜਪਾਲ ਬਰਾੜ ਕਾਂਗਰਸ ਤੋਂ ਸਾਡੇ ਨਾਲ ਨੇ। ਸਹਿਜਪਾਲ ਜੀ, ਬ੍ਰੇਕ ਤੋਂ ਪਹਿਲਾਂ ਤੁਹਾਡੇ ਤੇ ਕਾਫੀ ਇਲਜ਼ਾਮ ਵੀ ਲੱਗੇ, तमाम ਮਹਿਮਾਨਾਂ ਨੂੰ ਵੀ ਤੁਸੀਂ ਸੁਣਿਆ ਤੇ ਇਸ ਚੀਜ਼ ਦਾ ਵੀ ਜ਼ਿਕਰ ਹੋ ਰਿਹਾ ਕਿ 2018 ਦੀ ਯੋਜਨਾ 2019 ਦੇ ਵਿੱਚ ਪਹਿਲਾਂ ਤਾਂ ਲਾਗੂ ਕੀਤੀ ਗਈ, ਉੱਥੇ ਹੀ ਬਹੁਤ ਦੇਰ ਹੋ ਗਈ ਤੇ ਉਸ ਤੋਂ ਬਾਅਦ ਫਿਰ ਜੋ ਬਕਾਏ ਸੀ ਉਹ ਰਿਲੀਜ਼ ਨਹੀਂ ਕੀਤੇ ਗਏ। ਕਾਂਗਰਸ ਦੀ ਜੋ ਰਣਨੀਤੀ ਰਹੀ ਹੈ, ਜੋ ਨੀਤ ਬਦਨੀਤੀ ਰਹੀ ਹੈ, ਉਸ ਤੇ ਵੀ ਸਵਾਲ ਉੱਠੇ ਨੇ, ਕੀ ਕਹੋਗੇ ਇਸ ਤੇ? ਅੰਮ੍ਰਿਤਾ ਜੀ, ਗੱਲ ਇਹ ਹੈ ਕਿ ਜਿਵੇਂ ਸਭ ਤੋਂ ਪਹਿਲੀ ਗੱਲ ਤਾਂ ਕਲੇਰ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ। ਮੈਂ ਪਹਿਲਾਂ ਇਹ ਗੱਲ ਕਰਨਾ ਚਾਹੂੰਗਾ ਜੀ, ਸਾਡੇ ਜਿਹੜੇ ਸਾਥੀ ਬੁਲਾ ਰਹੇ ਆ ਆਮ ਆਦਮੀ ਪਾਰਟੀ ਦੇ, ਪਤਾ ਨਹੀਂ ਕਿਉਂ ਜਦੋਂ ਮੁਹੱਲਾ ਕਲੀਨਿਕ ਦੀ ਗੱਲ ਸੀ ਉਦੋਂ ਵੀ ਮੈਂ ਇੱਥੇ ਬੈਠਾ ਸੀ, ਆਮ ਆਦਮੀ ਪਾਰਟੀ ਦਾ ਪਤਾ ਨਹੀਂ ਕਿਉਂ ਇਹ ਬੁਲਾਰੇ ਇੱਥੇ ਪਹੁੰਚਦੇ ਨਹੀਂ ਤੇ ਇਹ ਆਪਦਾ ਇਹਦੇ ਤੇ ਸਪਸ਼ਟੀਕਰਨ ਦੇਣ ਤੋਂ ਹੀ ਪਾਸੇ ਹੋ ਜਾਂਦੇ ਆ। ਪਰ ਮੈਂ ਹੁਣ ਗੱਲ ਕਰੂੰਗਾ ਜੀ ਕਾਂਗਰਸ ਦੀ। ਹੋ ਸਕਦਾ ਹੈ ਜਿਵੇਂ ਕਿ ਤੁਸੀਂ ਕਿਹਾ ਕਿ 1 ਸਾਲ ਦੀ ਦੇਰੀ ਹੋਈ, ਪਰ ਫਿਰ ਵੀ ਕਾਂਗਰਸ ਗਵਰਨਮੈਂਟ ਨੇ ਜਿਹੜੀ ਉਹ ਸੇਵਾਵਾਂ ਸੀ ਉਹ ਪੰਜਾਬ ਸਰਕਾਰ ਦੇ ਵਿੱਚ ਰਹਿੰਦੇ ਇਹ ਨਹੀਂ ਕਿਹਾ ਸੀਗਾ ਕਿ ਜਿੰਨਾ ਚਿਰ ਸਾਡੀ ਸਰਕਾਰ ਆ ਅਸੀਂ ਇਸ ਸਹੂਲਤ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਵਾਂਗੇ। ਇਹ ਤਾਂ ਮੰਨਦੇ ਹੋ। ਹੋਰ ਛੱਡੋ ਜੀ, ਮੈਂ ਆਪਦੀ ਗੱਲ ਕਰਦਾ, ਮੇਰੇ ਫਾਦਰ ਸਾਹਿਬ ਦੇ ਸਟੰਟ ਪਿਆ, ਹੋਰ ਬੜੇ ਲੋਕਾਂ ਦੇ ਜੀ, ਲਗਭਗ 14 ਤੋਂ 1600 ਬੰਦੇ ਦੇ ਇੱਕ ਮਹੀਨੇ ਦੇ ਵਿੱਚ ਕੱਲੀ ਪੀਜੀਆਈ ਦੇ ਵਿੱਚ ਮੈਡਮ ਆਪਣਾ ਜਿਹੜਾ ਸੀਗਾ ਸਟੰਟ ਦਾ ਜਾਂ ਹੋਰ ਜਿਹੜੇ ਇਲਾਜ ਹੁੰਦੇ ਸੀ। ਪਰ ਜੇ ਕਾਂਗਰਸ ਗਵਰਨਮੈਂਟ ਦੇ ਵੇਲੇ ਇਹ ਇਲਾਜ ਬੰਦ ਹੋ ਜਾਂਦਾ ਤਾਂ ਅੰਮ੍ਰਿਤਾ ਜੀ ਸਾਡੀ ਜਵਾਬਦੇਹੀ ਬਣਦੀ ਸੀ, ਅਸੀਂ ਜ਼ਿੰਮੇਵਾਰ ਸੀ ਫਿਰ ਉਸ ਗੱਲ ਦੇ। ਅਸੀਂ ਕਿਉਂਕਿ ਗੱਲ ਇਹ ਹੈ ਕਿ ਸਰਕਾਰਾਂ, ਤੁਸੀਂ ਜਿਵੇਂ ਕਹਿ ਰਹੇ ਹੋ, ਸਰਕਾਰਾਂ ਇਲਜ਼ਾਮ ਵੀ ਲਾਉਂਦੀਆਂ, ਅੱਜ ਅਸੀਂ ਵਿਰੋਧੀ ਧਿਰ ਅਸੀਂ ਵੀ ਇਲਜ਼ਾਮ ਲਾਉਂਦੇ ਆ, ਹੋਰ ਵੀ ਲਾ ਰਹੇ ਆ, ਪਰ ਅਸੀਂ ਮਰੀਜ਼ਾਂ ਨੂੰ ਰੁਲਣ ਨਹੀਂ ਦਿੱਤਾ ਸੀ। ਇੱਥੋਂ ਤੱਕ ਨਹੀਂ ਰੱਖਿਆ ਸੀਗਾ ਕਿ ਭਾਈ ਇਲਾਜ ਦੀ ਸਹੂਲਤ ਤਾਂ ਪੰਜਾਬ ਦੇ ਵਿੱਚ ਹੈ ਸੈਂਟਰ ਵੱਲੋਂ ਦਿੱਤੀ ਵੀ, ਪਰ ਕਿਸੇ ਮਰੀਜ਼ ਦਾ ਇਲਾਜ ਜਿਹੜਾ ਸਾਡੀ ਗਲਤੀ ਨਾਲ ਨਹੀਂ ਹੋਊਗਾ। ਸਰ, ਮੂੰਹੋਂ ਤਾਂ ਕੋਈ ਵੀ ਨਹੀਂ ਕਹਿੰਦਾ ਨਾ ਕਿ ਅਸੀਂ ਇਸ ਸਕੀਮ ਨੂੰ ਲਾਗੂ ਨਹੀਂ ਕਰਾਂਗੇ, ਜਦੋਂ ਸਕੀਮ ਕੇਂਦਰ ਦੀ ਹੈ, ਲੋਕਾਂ ਦੇ ਫਾਇਦੇ ਦੀ ਹੈ। ਤੁਸੀਂ ਕਹਿ ਰਹੇ ਹੋ ਕਿ ਅਸੀਂ ਮਨਾ ਨਹੀਂ ਕੀਤਾ, ਮਨਾ ਤਾਂ ਆਮ ਆਦਮੀ ਪਾਰਟੀ ਵੀ ਨਹੀਂ ਕਰ ਰਹੀ। ਉਹ ਵੀ ਕਹਿ ਰਹੇ ਨੇ ਕਿ ਪੁਰਾਣੇ ਘਪਲੇ ਨੇ, ਉਹਨਾਂ ਦੀ ਜਾਂਚ ਕਰ ਰਹੇ ਆ। ਅੱਜ ਖਜ਼ਾਨਾ ਮੰਤਰੀ ਨੂੰ ਸੁਣਿਆ, ਉਹਨਾਂ ਨੇ ਕਿਹਾ ਕਿ ਅਸੀਂ ਫੰਡਸ ਜਾਰੀ ਕੀਤੇ ਹੋਏ ਨੇ, ਕੋਈ ਟੈਕਨੀਕਲ ਚੀਜ਼ ਕਰਕੇ ਅੜਕੇ ਹੋਈਆਂ ਚੀਜ਼ਾਂ ਨੇ, ਕੋਈ ਬਕਾਏ ਨਹੀਂ ਹਨ। ਸੋ ਇਹ ਉਹਨਾਂ ਵੱਲੋਂ ਵੀ ਕਿਹਾ ਗਿਆ, ਤੁਸੀਂ ਵੀ ਕਹਿ ਰਹੇ ਹੋ। ਪਰ ਜੋ ਟੈਕਨੀਕਲ ਚੀਜ਼ ਇੱਥੇ ਅੜ ਰਹੀ ਹੈ ਉਹ ਇਲਾਜ ਦੇ ਵਿੱਚ ਅੜ ਹੀ ਰਹੀ ਹੈ, ਕਿਉਂਕਿ ਪੀਜੀਆਈ ਨੇ ਮਨਾ ਕਰ ਦਿੱਤਾ ਜਦੋਂ ਤੱਕ ਕਲੀਅਰ ਨਹੀਂ ਹੋਏਗਾ, ਭਾਵੇਂ ਉਹ ਕੋਈ ਟੈਕਨੀਕਲ ਪੁਆਇੰਟ ਕਰਕੇ ਨਹੀਂ ਹੋ ਪਾ ਰਿਹਾ, ਭਾਵੇਂ ਇੰਸ਼ੋਰੈਂਸ ਕੰਪਨੀ ਕਰਕੇ ਨਹੀਂ ਹੋ ਪਾ ਰਿਹਾ, ਭਾਵੇਂ ਸਰਕਾਰਾਂ ਦੀ ਕੋਈ ਬਦਨੀਤੀ ਆ ਉਸ ਕਰਕੇ ਨਹੀਂ ਹੋ ਪਾ ਰਿਹਾ। ਪੀਜੀਆਈ ਨੇ ਐਟ ਦੀ ਐਂਡ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਤਾਂ ਮੈਡਮ ਗੱਲ ਉਹੀ ਹੈ ਨਾ, ਮੈਂ ਤੁਹਾਡੀ ਉਸੇ ਗੱਲ ਦਾ ਜਵਾਬ ਦੇ ਰਿਹਾ ਸੀ। ਚਲੋ ਤੁਹਾਡਾ ਵੀ ਮੈਂ ਹੁਣ ਗੱਲਬਾਤ ਸੁਣੀ ਹੈ। ਗੱਲ ਇਹ ਹੈ ਕਿ ਜੋ ਮਰਜ਼ੀ ਹੋਇਆ, ਚਾਹੇ ਇੰਸ਼ੋਰੈਂਸ ਨਹੀਂ ਸਾਡੇ ਤੋਂ ਭਰਿਆ ਗਿਆ, ਚਾਹੇ ਕੁਝ ਨਹੀਂ ਹੋਇਆ ਮਾਨ ਸਰਕਾਰ ਤੋਂ, ਪਰ ਰੌਲਾ ਤੇ ਹੈ ਨਾ ਜੀ, ਮਰੀਜ਼ਾਂ ਦਾ ਕੀ ਕਸੂਰ ਹੈ? ਉਹਨਾਂ ਮਰੀਜ਼ਾਂ ਨੇ, ਉਹਨਾਂ ਆਮ ਲੋਕਾਂ ਨੇ, ਲਗਭਗ 80 ਤੋਂ 90% ਲੋਕਾਂ ਨੇ ਵੋਟਾਂ ਪਾ ਕੇ ਅੱਜ ਮਾਨ ਸਰਕਾਰ ਲਿਆਂਦੀ ਸੀ ਪੰਜਾਬ ਦੇ ਵਿੱਚ। ਪਰ ਜੇ ਅੱਜ ਜਵਾਬਦੇਹੀ ਕਾਂਗਰਸ ਗਵਰਨਮੈਂਟ ਕਰੇ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਜੀ। ਪਤਾ ਨਹੀਂ ਕਿਉਂ, ਜਿਵੇਂ ਕਿ ਤੁਸੀਂ ਕਹਿ ਰਹੇ ਆ ਕਿ ਮੈਨੂੰ ਤਾਂ ਇਹ ਲੱਗ ਰਿਹਾ ਕਿ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਹੀ ਕਾਂਗਰਸ ਦੀ ਹੁੰਦੀ ਹੈ, ਜਿਵੇਂ ਤੁਸੀਂ ਵੀ ਵਾਰ-ਵਾਰ ਕਹਿ ਰਹੇ ਹੋ ਕਿ ਜਿਹੜੇ ਇਲਜ਼ਾਮ ਲੱਗ ਰਹੇ ਆ ਕਾਂਗਰਸ ਦੇ, ਤਾਂ ਅੰਮ੍ਰਿਤਾ ਜੀ ਗੱਲ ਇਹ ਹੈ ਸਰ, ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਤੁਹਾਡੀ ਸਰਕਾਰ ਹੈ, ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਪੈਸੇ ਤੁਹਾਡੀ ਸਰਕਾਰ ਵੇਲੇ ਤੋਂ ਹੀ ਆਉਣੇ ਬੰਦ ਹੋਏ ਸੀ, ਤੁਸੀਂ ਉਦੋਂ ਸੱਤਾ ਦੇ ਵਿੱਚ ਸੀ ਨਾ। ਬਿਲਕੁਲ ਸੱਤਾ ਦੇ ਵਿੱਚ ਸੀ, ਪਰ ਮੈਂ ਉਹੀ ਗੱਲ ਕਹਿ ਰਿਹਾ ਹਾਂ ਕਿ ਜਦੋਂ ਸਰਕਾਰਾਂ ਬਦਲਦੀਆਂ, ਜੇ ਸਰਕਾਰ ਬਣਦਿਆਂ ਹਫ਼ਤਾ ਲੱਗਦਾ ਤਾਂ ਇਹ ਸਰਕਾਰ ਬੰਦ ਹੋ ਜਾਂਦੀ ਹੈ। ਮੈਂ ਸਮਝਦਾ ਜੇ ਮਹੀਨਾ ਲੱਗ ਜਾਂਦਾ ਤਾਂ ਜੇ ਸਿਹਤ ਸੁਵਿਧਾ ਜਿਹੜੀ ਹੈ ਇਹ ਬੰਦ ਹੋ ਜਾਂਦੀ ਤਾਂ ਵੀ ਅਸੀਂ ਜ਼ਿੰਮੇਵਾਰ ਸੀ। ਅੱਜ ਤਾਂ ਅਮਰਤਾ ਜੀ ਮੈਂ ਸਮਝਦਾ 4 ਮਹੀਨੇ ਹੋ ਗਏ। 4 ਮਹੀਨਿਆਂ ਦੇ ਵਿੱਚ ਸਾਨੂੰ ਇਹ ਤਾਂ ਪਤਾ ਕਿ ਹਰੇਕ ਸ਼ਹਿਰ 'ਚ ਅਸੀਂ ਫਲੈਕਸ ਲਾਉਣੇ ਆ। 4 ਮਹੀਨਿਆਂ 'ਚ ਸਾਨੂੰ ਇਹ ਤਾਂ ਪਤਾ ਹੈ ਕਿ ਅਸੀਂ ਆਪਦਾ ਜਿਹੜਾ ਹੋਰ ਨਿੱਕੇ ਮੋਟੇ ਦਿੱਲੀ ਤੇ ਵੱਡੇ ਪੁਰਾਣੇ ਜਿਹੜੇ ਆਪਣੇ ਸੁਵਿਧਾ ਕੇਂਦਰ ਆ ਉਹਨਾਂ ਦੇ ਮੂਹਰੇ ਖੱਟੇ ਰੰਗ ਦੀ ਫੱਟੀ ਲਾ ਕੇ ਉੱਤੇ ਲਿਖਣਾ ਆਮ ਆਦਮੀ ਕਲੀਨਿਕ, ਸਾਨੂੰ ਮਸ਼ਹੂਰੀ ਕਰਨ ਦਾ ਪਤਾ, ਪਰ ਸਾਨੂੰ ਆਮ ਲੋਕਾਂ ਦੀਆਂ ਸਹੂਲਤਾਂ ਦਾ ਨਹੀਂ ਪਤਾ। ਅੱਜ ਕੈਂਸਰ ਦੇ ਮਰੀਜ਼ਾਂ ਨੂੰ ਪੁੱਛ ਕੇ ਦੇਖੋ ਮੈਡਮ, ਤੁਸੀਂ ਜਦੋਂ ਕੈਂਸਰ ਦੇ ਇੱਕ ਮਰੀਜ਼ ਦੀ ਕੀਮੋ ਹੁੰਦੀ ਹੈ, ਹਜ਼ਾਰਾਂ ਦਾ ਖਰਚਾ ਹੁੰਦਾ, ਪਰ ਆਮ ਉਹਨਾਂ ਗਰੀਬ ਪਰਿਵਾਰਾਂ ਦੀ 300 ਰੁਪਈਆ ਦਿਹਾੜੀ ਆ, ਤੇ ਉਹਦੇ ਵਿੱਚੋਂ ਵੀ 200 ਤੋਂ 250 ਰੁਪਈਆ ਪਤਾ ਨਹੀਂ ਉਹਨਾਂ ਨੂੰ ਵਿਚਾਰਾ ਜ਼ਿਮੀਂਦਾਰ ਦਿੰਦਾ, ਜਿਸ ਚ ਉਹਨਾਂ ਨੇ ਰੋਟੀ ਪਾਣੀ ਵੀ ਖਾਣਾ ਹੈ।
ਪਰ ਇਲਾਜ ਕਿੱਥੋਂ ਹੋਊਗਾ? ਅਮਰਤਾ ਜੀ ਗੱਲ ਇਹ, ਇਲਾਜ ਕਿੱਥੋਂ ਹੋਊਗਾ? ਬਿਲਕੁਲ ਇਹ ਸਵਾਲ ਇਹੀ ਨੇ ਕਿ ਇਲਾਜ ਕਿੱਥੋਂ ਹੋਊਗਾ। ਇਹ ਸਵਾਲ ਪਹਿਲਾਂ ਵੀ ਬਰਕਰਾਰ ਸੀ, ਅੱਜ ਮੌਜੂਦਾ ਸਮੇਂ ਦੇ ਵਿੱਚ ਵੀ ਬਰਕਰਾਰ ਨੇ। ਪ੍ਰੋਫੈਸਰ ਮਨਜੀਤ ਜੀ, ਤੁਹਾਡੇ ਕੋਲੋਂ ਇਹ ਸਵਾਲ ਇਹ ਲੈਣਾ ਚਾਹੂੰਗੀ, ਜਿੱਥੇ 1200 ਤੋਂ 1400 ਮਰੀਜ਼ ਇਲਾਜ ਕਰਵਾਉਂਦੇ ਹੋਣ, ਪੀਜੀਆਈ ਦੀ ਗੱਲ ਕਰਾਂ, ਉੱਥੇ 31 ਮਈ ਤੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਪੈਸੇ ਦਾ ਭੁਗਤਾਨ 31 ਮਈ ਤੱਕ ਕਰ ਦਾਂਗੇ, ਯਾਨੀ ਕਿ ਉਸ ਤੋਂ ਪਹਿਲਾਂ ਦੀਆਂ ਕਾਲਸ ਜਾਂਦੀਆਂ ਰਹੀਆਂ ਨੇ। 31 ਮਈ ਤੱਕ ਸਰਕਾਰ ਨੇ ਵਾਅਦਾ ਕੀਤਾ ਕਿ ਅਸੀਂ ਪੈਸੇ ਦੀ ਅਦਾਇਗੀ ਕਰਾਂਗੇ। ਅੱਜ ਅਗਸਤ ਦੇ ਵਿੱਚ ਖੜੇ ਆ, ਅੱਜ ਵੀ ਇਹ ਅਦਾਇਗੀ ਨਾ ਹੋਣ ਕਰਕੇ ਆਖਿਰਕਾਰ ਨਤੀਜਾ ਹੈ ਕਿ ਇਲਾਜ ਬੰਦ ਹੋਇਆ। ਹਾਲਾਂਕਿ ਹੁਣ ਸਰਕਾਰ ਜ਼ਰੂਰ ਜਾਗੀ ਹੈ, ਕਿਹਾ ਜਾ ਰਿਹਾ ਕਿ ਅਸੀਂ ਆਉਣ ਵਾਲੇ 1 ਹਫ਼ਤੇ ਤੱਕ ਵੀ ਜੋ ਹੈ ਉਹ ਭੁਗਤਾਨ ਕਰਾਂਗੇ। ਖਜ਼ਾਨਾ ਮੰਤਰੀ ਕਹਿ ਰਹੇ ਨੇ ਭੁਗਤਾਨ ਕੀਤਾ ਹੋਇਆ, ਕੁਝ ਟੈਕਨੀਕਲ ਚੀਜ਼ਾਂ ਕਰਕੇ ਅੜਿਆ ਹੋਇਆ, ਉਸ ਨੂੰ ਦੁਰਸਤ ਕਰਾਂਗੇ। ਇਸ ਸਭ ਵਿਚਾਲੇ ਇੰਨਾ ਸਮਾਂ ਲੱਗ ਜਾਂਦਾ ਹੈ ਕਿ ਇਸ ਇੱਕ ਜੋ ਹੈ ਬਹੁਤ ਕੀ ਨੋਟ ਹੈ, ਬਹੁਤ ਇੰਪੋਰਟੈਂਟ ਪੁਆਇੰਟ ਹੈ, ਲੋਕਾਂ ਨੂੰ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਜਿਨ੍ਹਾਂ ਨੂੰ ਇਲਾਜ ਨਹੀਂ ਮਿਲ ਸਕ ਰਿਹਾ। ਇੰਨਾ ਸਮਾਂ ਸਰਕਾਰ ਲੈ ਜਾਂਦੀ ਹੈ ਉੱਥੇ। ਅਮਰਤਾ ਜੀ ਦੇਖੋ, ਦੇਖਣ ਵਾਲੀ ਗੱਲ ਤੇ ਇਹ ਹੈ ਕਿ ਤੁਸੀਂ 31 ਮਈ ਤੱਕ ਕਰਨਾ ਸੀ, ਜੂਨ ਲੰਘ ਗਿਆ, ਜੁਲਾਈ ਲੰਘ ਗਿਆ, ਅਗਸਤ ਆ ਗਿਆ ਤੇ 1 ਅਗਸਤ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਇਲਾਜ ਨਹੀਂ ਕਰਨਾ, ਖਾਟ ਖੜੀ ਕਰਤੀ। ਬਿਲਕੁਲ ਫੇਰ ਹੀ ਚੁੰਡੀ ਵੱਡਿਆਂ ਹੀ ਹੋਸ਼ ਆਈ ਨਾ। ਫਿਰ ਆਮ ਆਦਮੀ ਪਾਰਟੀ ਸਰਕਾਰ, ਆਮ ਆਦਮੀ ਕਿੱਥੇ ਆ ਇਹਦੇ 'ਚ? ਇਹ ਤੇ ਖਾਸਮ ਖਾਸ ਪਹਿਲੀਆਂ ਸਰਕਾਰਾਂ ਵਾਂਗੂ ਸਰਕਾਰ ਆ। ਸਗੋਂ ਇੱਕ ਜ਼ਰੂਰ ਨਵੀਂ ਗੱਲ ਆ ਗਈ ਹੈ ਕਿ ਕੰਮ ਹੋਵੇ ਨਾ ਹੋਵੇ, ਮਸ਼ਾਹੂਰੀ ਦਾ ਪੂਰਾ ਜ਼ੋਰ ਲਾ ਦਿਓ, ਰੌਲਾ ਰੱਪਾ ਇੰਨਾ ਜਾਣੀ ਧੂੜ ਉਡਾ ਦਿਓ ਕਿ ਕਿਸੇ ਨੂੰ ਦਿਖੇ ਹੀ ਕੁਛ ਨਾ, ਸਾਰਾ ਗੁਲਾਬੀ ਗੁਲਾਬੀ ਸੁੰਦਰ ਸੁੰਦਰ ਚਾਰੇ ਪਾਸੇ ਨਜ਼ਰ ਆਏ, ਇਹੋ ਜਿਹੀਆਂ ਐਨਕਾਂ ਲੋਕਾਂ ਨੂੰ ਫੜਾ ਦਿਓ ਕਿ ਜਿਹੜਾ ਸਾਰਾ ਵਧੀਆ ਵਧੀਆ ਲੱਗੇ। ਇਹ ਜਿਹੜੀ ਜ਼ਿਆਦਾ ਇਸ ਪਾਸੇ ਨੂੰ ਚੱਲ ਪਏ ਆਪਾਂ, ਰਾਜਨੀਤੀ ਸਿਹਤ ਦੇ ਨਾਂ ਤੇ ਵੀ ਕਰਨ ਲੱਗ ਪਏ ਆ, ਇਹ ਕੋਈ ਠੀਕ ਨਹੀਂ ਹੈ। ਕੌਣ ਗਰੀਬ ਦਾ ਕੌਣ ਇਸ ਦੇਸ਼ ਦੇ ਵਿੱਚ ਆਮ ਵਸਨੀਕਾਂ ਦਾ ਹੱਥ ਫੜੂਗਾ? ਹਰ ਪਾਰਟੀ ਆਪਣੀ ਰਾਜਨੀਤੀ ਕਰਨ ਲੱਗ ਪਈ ਹੈ। ਇਹ ਪਾਰਟੀ ਤੋਂ ਬੜੀ ਉਮੀਦ ਸੀ, 42% ਵੋਟਾਂ ਪਈਆਂ, 92 ਬੰਦੇ, ਕੋਈ ਥੋੜੀ ਗੱਲ ਆ। ਜੇ ਉੱਥੋਂ ਵੀ ਲੋਕ ਨਿਰਾਸ਼ ਹੋਣਾ, ਉੱਥੇ ਵੀ ਚੁੰਡੀ ਵੱਢ ਕੇ ਕਦੀ ਹਫ਼ਤਾ ਕਦੀ 10 ਦਿਨ, ਉਦੋਂ ਬਾਅਦ ਤੁਸੀਂ ਆਪਣੇ ਪੈਸੇ ਰਿਲੀਜ਼ ਕਰਨੇ, ਕਿੱਡੀ ਕੁ ਵੱਡੀ ਰਕਮ ਹੈ ਪੰਜਾਬ ਲਈ। 16 ਕਰੋੜ ਦਾ ਹੀ ਸੀਗਾ ਤੇ ਕਿੰਨੀ ਬਦਨਾਮੀ ਹੋਈ ਆ, ਸਾਰੀ ਕੀਤੀ ਕਰਾਈ ਮਸ਼ਹੂਰੀ ਜਿਹੜੀ ਆ ਉਹ ਮਿੱਟੀ 'ਚ ਮਿਲ ਜਾਂਦੀ ਆ, ਫਿਰ ਨਵੀਆਂ ਫਲੈਕਸਾਂ ਆ ਜਾਣੀਆਂ, ਫਿਰ ਨਵੀਂ ਮਸ਼ਹੂਰੀ ਹੋ ਜੂਗੀ। ਇਹ ਕੰਮ ਨੂੰ ਬੰਦ ਕਰਕੇ ਆਪਾਂ ਸਿੰਸੀਅਰਲੀ, ਸੰਜੀਦਾ ਢੰਗ ਦੇ ਨਾਲ ਥੱਲਿਓਂ ਉੱਪਰ ਤੱਕ ਸਿਸਟਮ ਨੂੰ ਸੁਧਾਰੀਏ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣ। ਕਿਤੇ ਆ ਹੁਣੇ ਖਬਰਾਂ 'ਚ ਆ ਰਿਹਾ ਸੀ ਅਮਰਤਾ ਕਿ ਕਿਤੇ ਇੱਕ ਛੋਟੀ ਜੀ ਮਸ਼ੀਨ ਦੀ ਘਾਟ ਆ, ਕਿਤੇ ਕੋਈ ਸਪੈਸ਼ਲਿਸਟ ਦੀ ਘਾਟ ਆ, ਕਿਤੇ ਫਾਰਮਾਸਿਸਟ ਦੀ। ਉਹ ਸਾਰੀਆਂ ਗੱਲਾਂ ਇੱਕ ਵਾਰੀ ਲਿਸਟ ਬਣਾ ਕੇ, ਐਸੋਸੀਏਸ਼ਨ ਹੈਗੀਆਂ, ਡਾਕਟਰਾਂ ਦੀਆਂ ਐਸੋਸੀਏਸ਼ਨ ਹੈਗੀਆਂ, ਸਟਾਫ ਦੀਆਂ ਐਸੋਸੀਏਸ਼ਨ ਹੈਗੀਆਂ, ਬੈਠ ਕੇ ਭਗਵੰਤ ਮਾਨ ਤੇ ਚੀਮਾ ਸਾਹਿਬ ਕਿਉਂ ਨਹੀਂ ਗੱਲ ਕਰਦੇ? ਹੈਲਥ ਮਿਨਿਸਟਰ ਨਾਲ ਬੈਠ ਕੇ ਗੱਲ ਕਰ ਲੈਣ। ਚੇਤਨ ਸਿੰਘ ਜੋੜੇ ਮਾਜਰਾ ਬੜੇ ਐਕਟਿਵ ਹੈਗੇ ਆ, ਵੀਸੀ ਦੀਆਂ ਡੰਡ ਬੈਠਕਾਂ ਕਢਾਉਂਦੇ ਆ, ਉਹ ਸਾਰੇ ਮਿਲ ਕੇ ਬੈਠ ਜਾਣ ਤੇ ਦੱਸਣ ਕਿ ਆਹ ਸਾਡੀ ਪ੍ਰਾਇੋਰਟੀ ਆ, ਲੋਕਾਂ ਨੂੰ ਧੱਕੇ ਨਾ ਖਾਣੇ ਪੈਣ। ਕਿੱਡਾ ਕੁ ਬਜਟ ਆ? ਕੋਈ ਵੱਡਾ ਬਜਟ ਨਹੀਂ ਹੈ, 100 ਕਰੋੜ ਵੀ ਹੋਵੇ ਕੋਈ ਵੱਡਾ ਬਜਟ ਨਹੀਂ ਹੈ। ਉਹ ਕਲੀਅਰ ਕਰਨਾ ਚਾਹੀਦਾ। ਮਰੀਜ਼ਾਂ ਦੀ ਜਿਹੜੀ ਖੱਜਲ ਖੁਆਰੀ ਆ ਉਹ ਬੰਦ ਹੋਣੀ ਚਾਹੀਦੀ। ਅਨਿਲ ਸਿੰਘ ਜੀ, ਕੰਪਨੀਆਂ ਦੀ ਜਾਂਚ ਦੀ ਗੱਲ ਕੀਤੀ ਅੱਜ ਮਾਲਵਿੰਦਰ ਕੰਗ ਹੋਰਾਂ ਨੇ ਕਿ ਕੁਝ ਪੁਰਾਣੇ ਘਪਲੇ ਨੇ ਉਹਨਾਂ ਨੂੰ ਦੁਰਸਤ ਕਰਾਂਗੇ, ਕਿ ਕੇਂਦਰ ਵੀ ਇਸ ਨੂੰ ਇੰਸ਼ੋਰ ਕਰੇਗਾ ਕਿਉਂਕਿ ਸਕੀਮ ਆਖਰਕਾਰ ਕੇਂਦਰ ਦੀ ਹੈ। ਜੇ ਪੰਜਾਬ ਦਾ ਇੱਕ ਹਿੱਸਾ ਹੈ ਤਾਂ ਵੱਡਾ ਹਿੱਸਾ, ਵਧੇਰੇ ਹਿੱਸਾ ਕੇਂਦਰ ਦਾ ਹੈ, ਤਾਂ ਕੇਂਦਰ ਇਸ ਚੀਜ਼ ਨੂੰ ਇੰਸ਼ੋਰ ਕਰੇਗਾ ਕਿ ਕਿੱਥੇ ਇਸ ਦੇ ਵਿੱਚ ਕੋਤਾਹੀ ਹੋਈ ਹੈ, ਇਸ ਪੂਰੇ ਮਾਮਲੇ ਦੇ ਵਿੱਚ ਕਿਹੜੀ ਸਰਕਾਰ ਵੇਲੇ ਹੋਈ ਹੈ ਤੇ ਕਿਹੜੀਆਂ ਬਣਦੀਆਂ ਉਹਨਾਂ ਲਈ ਸਜ਼ਾਵਾਂ ਨੇ, ਕਿਉਂਕਿ ਐਟ ਦੀ ਐਂਡ ਲੋਕ ਪ੍ਰਭਾਵਿਤ ਹੋਏ ਨੇ। ਸਰਕਾਰ ਜਿਹੜੀ ਕੇਂਦਰ ਦੀ ਹੈ, ਪੂਰੇ ਦੇਸ਼ ਦੀ ਹੈ, ਪੰਜਾਬ ਦੀ ਵੀ ਹੈ। ਅਮਰਤਾ ਜੀ, ਮੈਂ ਤੇ ਇਹ ਕਹਾਂਗਾ ਕਿ ਭਗਵੰਤ ਮਾਨ ਸਰਕਾਰ ਦੇ ਯਾਨੀ ਕਿ ਚੀਫ ਮਿਨਿਸਟਰ ਦੇ ਉੱਤੇ ਔਰ ਉਹਦੇ ਹੈਲਥ ਮਿਨਿਸਟਰ ਦੇ ਉੱਤੇ ਕ੍ਰਿਮੀਨਲ ਕੇਸ ਰਜਿਸਟਰ ਹੋਣਾ ਚਾਹੀਦਾ ਇਸ ਇਸ਼ੂ ਉੱਤੇ। ਤੁਸੀਂ ਅੰਦਾਜ਼ਾ ਲਾਓ, ਤੁਸੀਂ ਇੱਕ ਹੈਲਥ ਦਾ ਕਵਰ ਜਿਹੜਾ 5 ਲੱਖ ਰੁਪਏ ਦਾ ਉਸ ਨੂੰ ਹਰ ਇੱਕ ਬੰਦੇ ਨੂੰ ਮਿਲਦਾ ਹੈ, ਜਿਹਦੀ ਕੀਮੋਥੈਰੇਪੀ ਚੱਲਦੀ ਪਈ ਸੀ, ਉਹਦੀ ਕੀਮੋਥੈਰੇਪੀ ਬੰਦ ਹੋ ਜਾਏ ਤਾਂ ਕੀ ਹਾਲ ਹੋਏਗਾ? ਜਿਹਦਾ ਡਾਇਲਿਸਿਸ ਚੱਲਦਾ ਪਿਆ ਸੀ, ਡਾਇਲਿਸਿਸ ਬੰਦ ਹੋ ਜਾਏ ਤਾਂ ਕੀ ਹੋਏਗਾ? ਕਿਸੇ ਦਾ ਹਾਰਟ ਦਾ ਸਟੰਟ ਪੈਣ ਵਾਲਾ ਉਸ ਤੋਂ ਵਾਂਝਾ ਰਹਿ ਗਿਆ ਤਾਂ ਕੀ ਹੋਏਗਾ? ਕਿਸੇ ਦਾ ਬਾਈਪਾਸ ਸਰਜਰੀ ਹੋਣ ਵਾਲੀ ਉਹਦਾ ਨਹੀਂ ਹੋਏਗਾ ਤਾਂ ਕੀ ਹੋਏਗਾ? ਕਿਆ ਉਹਦੇ ਨਾਲ ਲੋਕਾਂ ਦੀ ਜਾਨ ਮਾਲ ਨਹੀਂ ਜਾ ਸਕਦੀ? ਇਹ ਸਰਕਾਰ ਤੇ ਉੱਤੇ ਤੇ ਕ੍ਰਿਮੀਨਲ ਕੇਸ ਹੋਣਾ ਚਾਹੀਦਾ ਮਰਡਰ ਦਾ। ਐਸੀ ਨਲਾਇਕੀ, ਇੰਨੀ ਇਹੋ ਜਿਹੀ ਹਲਕੀ ਰਾਜਨੀਤੀ ਕਿ ਕੇਂਦਰ ਸਰਕਾਰ ਦੀ ਯੋਜਨਾ ਅਸੀਂ ਲਾਗੂ ਨਹੀਂ ਕਰਨੀ। ਤੁਸੀਂ ਕਹਿੰਦੇ ਹੋ 16 ਕਰੋੜ ਰੁਪਇਆ ਦੇਤਾ, 16 ਕਰੋੜ ਤੇ ਪਿਛਲਾ ਦਿੱਤਾ 250 ਕਰੋੜ ਰੁਪਇਆ ਇਸ ਜਿਹੜਾ ਹਸਪੀਟਲ ਦਾ ਦੇਣਾ ਰਹਿੰਦਾ। ਇਹ ਕਹਿੰਦੇ ਨਹੀਂ ਕਪਲੇਬਾਜ਼ੀ ਹੋਈ। ਬਈ ਕਪਲੇਬਾਜ਼ੀ ਦੀ ਇਨਕੁਆਇਰੀ ਕਰ ਲਓ ਨਾ, ਲੇਕਿਨ ਲੋਕਾਂ ਦੇ ਇਹਦਾ ਨਹੀਂ ਸਹੂਲਤ ਬੰਦ ਕਰ ਦਿਓ। ਤੁਸੀਂ ਸਿਰਫ ਇਸ ਕਰਕੇ ਕਿ ਵੀ ਅਸੀਂ ਮੋਦੀ ਸਾਹਿਬ ਦੀ ਸਕੀਮ ਹੈਗੀ ਹੈ, ਮੋਦੀ ਸਾਹਿਬ ਨੂੰ ਕ੍ਰੈਡਿਟ ਨਾ ਚਲੇ ਜਾ। ਉਹ ਬਈ ਕ੍ਰੈਡਿਟ ਤੁਸੀਂ ਲੈ ਲਓ। ਤੁਸੀਂ ਮੱਲਾ ਕਲੀਨਿਕ ਚਲਾਉਣ ਦੇ ਲੱਗ ਪਏ ਹੋ। ਮੱਲਾ ਕਲੀਨਿਕ ਤੁਸੀਂ ਬੁਖਾਰ ਦੀ ਦਵਾਈ ਦੇ ਕੇ ਉਹਦਾ ਸਟੰਟ ਪਾ ਦਿਓਗੇ? ਤੁਸੀਂ ਖਾਂਸੀ ਦੀ ਦਵਾਈ ਦੇ ਕੇ ਉਹਦਾ ਬਾਈਪਾਸ ਸਰਜਰੀ ਕਰ ਦਿਓਗੇ? ਤੁਸੀਂ ਉਹਦੇ ਬੁਖਾਰ ਦੀ ਦਵਾਈ ਦੇ ਕੇ ਉਹਦਾ ਟੈਸਟ ਕਰਾ ਕੇ
ਉਹਦਾ ਕੀਮੋਥੈਰੇਪੀ ਕਰਾ ਦਿਓਗੇ, ਉਹਦਾ ਡਾਇਲਿਸਿਸ ਕਰਾ ਦਿਓਗੇ? कैसी सोच है? सानू तो इस गल का दुख है कि कैसी निकम्मी सरकार पंजाब नूं मिल गई है जिहड़ी सोच ही कुछ नहीं गी। और फिर मजेदार गल है, एक पासे ते पैसे है नहीं जी सानू देण वास्ते। कल चीमा जी कह रहे सी बड़े कलैक्शन कर लीती। अमृता जी तुसी अंदाजा लाओ, लगभग 50 करोड़ रुपया इन्होंने एडवरटाइजमेंट ते लाता और उन्होंने 5 करोड़ रुपया इन्होंने गुजरात, हरियाणा, हिमाचल की एडवरटाइजमेंट ते लाता। की लाया? असी करप्शन खत्म कर दी। पंजाब च किहड़ी करप्शन खत्म होगी? तुसीं रोज तो बंदे फड़ी जांदे हो, तुहाडा आपदा मंत्री तुसीं हटाता। जे करप्शन खत्म कर सी तुसीं अपने मंत्री नूं क्यों डिसमिस करना पै गया? तुहानूं रोज अफसर क्यों फड़ने पै रहे हैं? जे करप्शन खत्म हो गई ते तुसीं 5 करोड़ रुपया पंजाब च जिहड़ा लगाया ही लगाया, पंजाब दे बाहर भी 5 करोड़ रुपया इस गल ते ला दिता कि असीं पंजाब नूं 10 दिनां च करप्शन फ्री करता, 15 दिन च करता, 20 दिन च करता, क्योंकि उत्थे चुनाव ने। मतलब एक मजाक है डेमोक्रेसी का। और हुण तुसीं सारे पंजाब दे विच घुम के देख लो अमृता जी, 16 मैडिकल कॉलेज खोले जाणगे। ਉਹ ਜਦੋਂ ਖੋਲੋਗੇ ਉਦੋਂ ਕਰ ਲਈਓ ਨਾ ਐਡਵਰਟਾਈਜ਼ਮੈਂਟ। ਹਜੇ ਤੱਕ ਕੋਈ ਚਵਾਨੀ ਉਸ ਖਾਤੇ 'ਚ ਪਾਈ ਨਹੀਂ ਗਈ। ਬਜਟ ਦਾ ਐਸਟੀਮੇਟ ਹੈ ਸਿਰਫ, ਔਰ ਤੁਸੀਂ ਜਿਹੜਾ ਹੈਗਾ 16 ਮੈਡੀਕਲ ਕਾਲਜ ਹੈ ਸਾਰੇ ਸ਼ਹਿਰਾਂ 'ਚ ਭਰ ਦਿੱਤਾ। ਤੁਸੀਂ ਕਿਸੇ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ। ਸਾਰੇ ਕਿਤੇ ਐਡਵਰਟਾਈਜ਼ਮੈਂਟ ਬੋਰਡ ਪਾਉਣੇ, ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ। ਅਸੀਂ 36000 ਲੋਕਾਂ ਨੂੰ ਨੌਕਰੀ ਦਿੱਤੀ। ਕਿਹੜੀ ਨੌਕਰੀ ਦਿੱਤੀ ਹੈ ਮੈਨੂੰ ਦੱਸ ਦਿਓ। ਅਜੇ ਤੱਕ ਉਹਦਾ ਪ੍ਰੋਸੀਜਰ ਤੈਅ ਨਹੀਂ ਹੋਇਆ ਕਿ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਪੱਕੇ ਕਰਨਾ ਹੈ, ਕੱਚਿਆਂ ਨੂੰ ਕਿਵੇਂ ਪੱਕੇ ਕਰਨਾ ਔਰ ਨਵੇਂ ਕਿਵੇਂ ਭਰਤੀ ਕਰਨੀ ਹੈ। ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਇਹਨਾਂ ਨੇ। ਔਰ ਮੈਨੂੰ ਇਹ ਲੱਗਦਾ ਕਿ ਨੌ ਸਿੱਖਿਆ ਦੇ ਹੱਥ ਦੇ ਵਿੱਚ, ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਬੰਦੇ ਹੱਥ ਉਸਰਾ, ਜੇ ਬੰਦਰ ਹੱਥ ਉਸਰਾ ਆ ਜਾਏ ਤਾਂ ਕੀ ਬਣੂਗਾ ਉਹਦਾ, ਤਾਂ ਉਹ ਹਿਸਾਬ ਇਹਨਾਂ ਦਾ ਹੋ ਗਿਆ। ਇਹ ਨਲਾਇਕਾਂ ਦੇ ਹੱਥ ਦੇ ਵਿੱਚ, ਨਿਕੰਮਿਆਂ ਦੇ ਹੱਥ ਦੇ ਵਿੱਚ ਪੰਜਾਬ ਦੀ ਸਰਕਾਰ ਆ ਗਈ ਹੈ। ਸਰਕਾਰ ਚਲਾਣੀ ਕਿਵੇਂ ਪਤਾ ਨਹੀਂ। ਦਿੱਲੀ ਵਾਲਿਆਂ ਨੂੰ ਲਾ ਕੇ ਸਰਕਾਰ ਚਲਾ ਰਹੇ ਨੇ। ਦਿੱਲੀ ਦੀ ਵਸਤੂ ਸਥਿਤੀ ਹੋਰ ਹੈ, ਪੰਜਾਬ ਦੀ ਵਸਤੂ ਸਥਿਤੀ ਹੋਰ ਹੈ। ਪੰਜਾਬ ਦਾ ਇੱਕ ਪੋਲੀਟੀਕਲ ਕਲਾਈਮੇਟ ਡਿਫਰੈਂਟ ਹੈਗਾ, ਪੰਜਾਬ ਦੀ ਸਾਈਕੀ ਡਿਫਰੈਂਟ ਹੈਗੀ ਆ। ਦਿੱਲੀ ਅੱਧਾ ਕੰਮ ਤੇ ਜਿਹੜਾ ਹੈਗਾ ਕੇਂਦਰ ਸਰਕਾਰ ਕਰ ਦਿੰਦੀ ਹੈ। ਇਹਨਾਂ ਪੱਲੇ ਕੀ ਹੈ ਉੱਥੇ ਦਿੱਲੀ ਦੇ ਵਿੱਚ? ਪੁਲਿਸ ਇਹਨਾਂ ਪੱਲੇ ਨਹੀਂ। ਅੱਜ ਲਾਅ ਐਂਡ ਆਰਡਰ ਦੀ ਸਥਿਤੀ ਆਪਾਂ ਦੇਖਦੇ ਪਏ ਹਾਂ। ਕਾਰਨ ਇਹੀ ਹੈ ਕਿ ਇਹਨਾਂ ਨੂੰ ਐਕਸਪੀਰੀਅੰਸ ਕੋਈ ਨਹੀਂ ਲਾਅ ਐਂਡ ਆਰਡਰ ਦਾ। ਦਿੱਲੀ ਦੇ ਫਾਰਮੂਲੇ ਚਲਾਉਂਦੇ ਨੇ, ਦਿੱਲੀ ਦੇ ਫਾਰਮੂਲੇ ਪੰਜਾਬ 'ਚ ਨਹੀਂ ਚੱਲ ਸਕਦੇ। ਹੈਲਥ ਕਲੀਨ ਮਹੱਲਾ ਦੇ ਉੱਥੇ ਜਿਹੜੇ ਮੇਨ ਹਸਪੀਟਲਸ ਹੈਗੇ ਨੇ ਉਹ ਸੈਂਟਰ ਸੰਭਾਲਦਾ। ਇੱਥੇ ਸਾਰੇ ਹਸਪੀਟਲ ਪੰਜਾਬ ਸਰਕਾਰ ਦੇ, ਪੰਜਾਬ ਸਰਕਾਰ ਨੂੰ ਸੰਭਾਲਣੇ ਪੈਣੇ ਆ ਪੰਜਾਬ ਦੇ। ਔਰ ਇੱਥੇ ਉਹ ਮਹੱਲਾ ਕਲੀਨਿਕ ਦਾ ਕੀ ਕਰੂਗਾ ਜੀ? ਮਹੱਲਾ ਕਲੀਨਿਕ ਮੈਨੂੰ ਇੱਕ ਚੀਜ਼ ਦੱਸੋ। ਅੱਜ ਅਮ੍ਰਿਤਾ ਜੀ ਜਿੰਨੇ ਸਪੈਸ਼ਲਿਸਟ ਡਾਕਟਰ ਨੇ ਜਿਹੜੇ PCMS ਔਰ ਜਿਹੜੇ ਸਰਕਾਰੀ ਨੌਕਰੀਆਂ ਛੱਡ ਕੇ ਜਾ ਚੁੱਕੇ ਨੇ, ਹਜੇ ਤੱਕ 14 ਤੋਂ ਜ਼ਿਆਦਾ ਛੱਡ ਚੁੱਕੇ ਨੇ ਔਰ ਹੋਰ ਛੱਡਣ ਨੂੰ ਤਿਆਰ ਬੈਠੇ ਨੇ। ਔਰ ਇਹਦੇ ਇਲਾਵਾ ਪੰਜਾਬ ਤੇ ਹੈਲਥ ਸਿਸਟਮ ਦੇ ਵਿੱਚ 1000 ਤੋਂ ਵੱਧ ਡਾਕਟਰਾਂ ਦੇ ਪਦ ਖਾਲੀ ਨੇ, ਉਹ ਇਹਨਾਂ ਕੋਲ ਭਰੇ ਨਹੀਂ ਜਾ ਰਹੇ। ठीक है, और बिल्कुल कई थावां ते दुरुस्तगी की जरूरत है इस वेले सरीन साहब, कलेर साहब, क्योंकि इस पूरे सिनेरियो दे विच बदनामी पंजाब दी हुई है। PGI ने कहा जो पंजाब दे मरीज ने असीं ओह एंटरटेन नहीं करांगे, बाकी सूबियां दे मरीजां दा इलाज उसे तरह इस आयुष्मान स्कीम तहत चलदा रहेगा। जाहिर है कि एक पद्धर ते होण दी जरूरत है। जे इस पूरे मसले ते सरकार हुण जिम्मेवारी लै रही है, अगे विरोधी धिरां दी की कुछ भूमिका रहेगी, बतौर विरोधी धिर अकाली दल की भूमिका रहेगी इस पूरे मामले दे विच आउण वाले समय? देखो अमृता, मैं बड़े स्पष्ट तौर पर 2-3 गल्लां करनियां चाहुंदा। बड़ा सौखा हुंदा है, कंग साहब हर दूजे दिन एक नवीं प्रेस कॉन्फ्रेंस करते हैं, अज आके कहते जी पुरानी सरकारां दे घपलियां दी जांच कर रहे हैं। जम के करो, अगर कोई घपला होया लोकां दे सामने रखो, पर यह अधिकार सरकार नूं किहने दित्ता कि घपले दे नां ते तुसीं लोकां दा इलाज रोक दिओ? ਪੰਜਾਬ ਦੇ ਲੋਕ ਇੰਨੇ ਅਮੀਰ ਨਹੀਂ ਕਿ ਮੁੱਖ ਮੰਤਰੀ ਵਾਂਗੂ ਰਾਤ ਨੂੰ 10:30 ਵਜੇ 에ਅਰਲਿਫਟ ਹੋ ਕੇ ਦਿੱਲੀ ਚਲੇ ਜਾਣ ਤੇ ਜਾ ਕੇ ਅਪੋਲੋ ਹਸਪਤਾਲ ਦੇ ਵਿੱਚ ਇਲਾਜ ਕਰਾ ਲੈਣ। ਉਹ ਵਿਸ਼ਾ ਵੱਖਰਾ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਕਲੇਮ ਕਰਦੇ ਪਰ ਇਹ ਤਾਂ ਹਰ ਸਰਕਾਰ ਦਾ ਸਿਨੈਰੀਓ ਹੈ ਨਾ ਸਰ, ਇਹ ਤਾਂ ਹਰ ਸਰਕਾਰ ਦਾ ਸਿਨੈਰੀਓ ਹੈ ਕਿ ਜੋ ਮੁੱਖ ਚਿਹਰੇ ਨੇ ਜਾਂ ਜੋ ਵੱਡੇ ਵੱਡੇ ਲੀਡਰ ਨੇ ਉਹ ਪੰਜਾਬ ਦੇ ਲੋਕਲ ਹਸਪਤਾਲਾਂ 'ਚ ਤਾਂ ਇਲਾਜ ਹੀ ਨਹੀਂ ਕਰਾਉਂਦੇ। अमृता जी पहला तुसी गल ये हैगी है कि गल ये कि सरकार की कह रही है, ये लोग इश्तिहारां च की लिख रहे ने, ये लोग बुद्धू किद्दां बना रहे ने आम आदमी पार्टी वाले। सो मेरा तो बड़ा स्पष्ट सवाल अरविंद केजरीवाल नूं, भगवंत मान नूं इसे गल दे उत्ते है कि जिहड़ा महल्ला क्लीनिकां ते भी पैसा खर्चिया जा रहा है वो नैशनल हैल्थ मिशन का पैसा है। तो सरीन साहब नूं चाहिए कि बीजेपी नाल गल करके पहला ओहदी भी इनकुआयरी कराई जाए कि नैशनल हैल्थ मिशन का पैसा जिहड़ा सरकारी हस्पतालों की बेहतरी वास्ते आउंदा है, जिहड़ा डिस्पेंसरियां की बेहतरी वास्ते आउंदा है, उहनूं किस तरीके दे नाल अरविंद केजरीवाल दे फेल मॉडल दे विच खराब किया जा रहा है। और दूजे पासे अज जौड़ा माजरा साहब नूं भी चैलेंज है कि हुण जाण सेहत मंत्री दे घर जाके करन बदतमीजी, करन बदसलूकी। अज सेहत मंत्री ते जिहड़े साडे फाइनेंस मिनिस्टर ने चीमा साहब, ये दो बंदियां करके
ਅੱਜ ਪੰਜਾਬ ਦੇ ਲੋਕ ਇਲਾਜ ਤੋਂ ਵਾਂਝੇ ਨੇ। ਸੋ ਕੀ ਜੋੜੇ ਮਾਜਰਾ ਸਾਹਿਬ ਜਾ ਕੇ ਚੀਮਾ ਸਾਹਿਬ ਦੇ ਨਾਲ ਦੋ ਹੱਥ ਕਰਨਗੇ ਕਿ ਪੈਸਾ ਕਿੱਦਾਂ ਰੁਕ ਗਿਆ, ਕਿਉਂ ਨਹੀਂ ਪੇਮੈਂਟ ਹੋਈ? ਸੋ ਇਹ ਲੋਕ ਕੱਲਾ ਡਰਾਮੇਬਾਜ਼ੀ ਕਰਦੇ ਨੇ, ਇਹ ਪੰਜਾਬ ਦੇ ਪ੍ਰਤੀ ਸੁਹਿਰਦ ਨਹੀਂ। ਇੱਕ ਪਾਸੇ 16 ਕਰੋੜ ਦੀ ਪੇਮੈਂਟ ਰੁਕ ਜੇ, ਦੂਜੇ ਪਾਸੇ 50 ਕਰੋੜ ਦੇ ਇਸ਼ਤਿਹਾਰ ਹੋਣ ਤੇ ਗੱਲ ਕਿਸੇ ਦੇ ਵੀ ਦਿਲ ਨੂੰ ਨਹੀਂ ਲੱਗਦੀ। ਸੋ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਲੋਕਾਂ ਦੀ ਜਾਨ ਦੇ ਨਾਲ ਖੇਡਣਾ ਬੰਦ ਕਰੇ, ਔਰ ਜੋ ਪੈਸਾ ਜੋ ਬਕਾਇਆ ਹੈ, ਇਹ ਤਾਂ ਕੱਲਾ ਅੱਜ ਆਪਾਂ ਗੱਲ ਕਰ ਰਹੇ ਹਾਂ PGI ਦੀ, ਇਹ ਤਾਂ ਗੱਲ ਕਰ ਰਹੇ ਹਾਂ 16 ਸੈਕਟਰ ਦੀ ਜਾਂ 32 ਸੈਕਟਰ ਹਸਪਤਾਲ ਦੀ। ਪੰਜਾਬ ਦੇ ਸਾਰੇ ਹਸਪੀਟਲ ਆਯੁਸ਼ਮਾਨ ਸਕੀਮ ਨੀਚੇ ਇਲਾਜ ਕਰਨਾ ਬੰਦ ਕਰ ਚੁੱਕੇ ਨੇ ਕਿਉਂਕਿ ਪੰਜਾਬ ਸਰਕਾਰ ਪੈਸਾ ਨਹੀਂ ਰਿਲੀਜ਼ ਕਰ ਰਹੀ। ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਹਸਪਤਾਲਾਂ 'ਚ ਉਹ ਸਕੀਮ ਨੀਚੇ ਅੱਜ ਇਲਾਜ ਬੰਦ ਹੋ ਚੁੱਕਿਆ ਹੈ। ਇਹ ਵੀ ਭਗਵੰਤ ਮਾਨ ਸਾਹਿਬ, ਹਰਪਾਲ ਚੀਮਾ ਜੀ ਤੇ ਚੇਤਨ ਸਿੰਘ ਜੋੜਾ ਮਾਜਰਾ ਜਵਾਬ ਦੇਣੇ ਇਸ ਗੱਲ ਲਈ। ਠੀਕ ਹੈ ਮਨਜੀਤ ਸਿੰਘ ਜੀ, ਇੱਕ ਆਖਰੀ ਸਵਾਲ ਮੇਰਾ ਰਹੇਗਾ, ਉਹ ਸਰਕਾਰ ਜੋ ਆਈ ਹੀ ਇਸ ਮਾਡਲ ਤੇ ਸੀ, ਜੋ ਸਿੱਖਿਆ ਤੇ ਸਿਹਤ ਨੂੰ ਹੀ ਆਪਣੀ ਤਰਜੀਹ ਕਹਿੰਦੀ ਹੈ ਤੇ ਉਸ ਬਾਬਤ ਕੰਮ ਕਰਨ ਦੇ ਦਾਅਵੇ ਭਰਦੀ ਹੈ। ਪਹਿਲਾਂ ਉਸੇ ਸਰਕਾਰ ਦੇ ਵਿੱਚ ਸਿਹਤ ਮੰਤਰੀ ਤੇ ਵੱਡੇ ਇਲਜ਼ਾਮ ਲੱਗਦੇ ਨੇ। ਅੱਜ ਕਿਹਾ ਜਾ ਰਿਹਾ ਕਿ ਇਹ ਸਰਕਾਰ ਜਾਣਬੁੱਝ ਕੇ ਸਰਕਾਰ ਸਿਹਤ ਸਹੂਲਤਾਂ ਲਈ ਪੈਸਾ ਨਹੀਂ ਰਿਲੀਜ਼ ਕਰ ਰਹੀ। ਭਾਜਪਾ ਕਹਿੰਦੀ ਹੈ ਲੋਕਾਂ ਨੂੰ ਰਾਮ ਭਰੋਸੇ ਛੱਡ ਰੱਖਿਆ। ਇਹ ਕਿਸ ਤਰ੍ਹਾਂ ਦੀ ਤਰਾਸਦੀ ਪੰਜਾਬ ਦੀ ਮੰਨੀਏ ਕਿ ਜੋ ਸਰਕਾਰ ਆਈ ਹੀ ਇਹਨਾਂ ਬੁਨਿਆਦੀ ਵਾਅਦਿਆਂ ਤੇ ਸੀ, ਅੱਜ ਉਸੇ ਵਿਭਾਗ ਨੂੰ, ਉਸੇ ਮਹਿਕਮੇ ਨੂੰ ਲੈ ਕੇ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ? ਦੇਖੋ, ਧਰਾਤਲ ਤੇ ਅਮਰਤਾ ਕੰਮ ਕਰਨ ਦੀ ਜਗ੍ਹਾ ਤੁਸੀਂ ਦਾਦਾਗਿਰੀ ਦਿਖਾ ਰਹੇ ਆ। ਵਾਈਸ ਚਾਂਸਲਰ ਉਹ ਫਰੀਦਕੋਟ ਦੇ ਹਸਪੀਟਲ ਲਈ ਕਿਤੇ ਵੀ ਜ਼ਿੰਮੇਵਾਰ ਨਹੀਂ ਹੈ, ਉਹਦੇ ਸਿਰਫ ਬਿੱਲਾਂ ਤੇ ਦਸਖਤ ਕਰਨੇ ਆ, ਜਦਕਿ ਹਸਪੀਟਲ ਦਾ ਸੁਪਰਡੈਂਟ ਜ਼ਿੰਮੇਵਾਰ ਹੈਗਾ। ਕਿੰਨੀ ਪੂਰੇ ਦੇਸ਼ ਦੇ ਵਿੱਚ ਤੇ ਈਵਨ ਵਿਦੇਸ਼ਾਂ ਤੱਕ ਓਏ ਤੋਏ ਹੋਈ ਹੈ। ਇੱਕ ਕਹਿਣਾ ਨਹੀਂ ਚਾਹੀਦਾ, ਅਫਸੋਸ ਨਾ ਕਹਿਣਾ ਪੈਂਦਾ ਕਿਉਂਕਿ ਪੜ੍ਹਾਈ ਦਾ ਮਾਮਲਾ +2 ਹੈਲਥ ਮਿਨਿਸਟਰ, ਵਾਈਸ ਚਾਂਸਲਰ ਜਿਹੜਾ ਕਿ ਸਪੈਸ਼ਲਿਸਟ ਆ ਰੀੜ ਦੀ ਹੱਡੀ ਦੇ, ਸਾਰੇ ਦੇਸ਼ ਦੇ ਵਿੱਚ ਜਾਣੇ ਜਾਂਦੇ ਆ, 40 ਸਾਲ ਹੋ ਗਏ ਸਰਵਿਸ ਕਰਦੇ ਆ, ਉਹਨਾਂ ਦੀਆਂ ਤੁਸੀਂ ਡੰਡ ਬੈਠਕਾਂ ਕਢਾ ਰਹੇ, ਕਦੀ ਐਸ ਕਰੋ, ਕਦੀ ਉਸ ਬੈੱਡ ਤੇ ਪੈ ਕੇ ਦੱਸੋ, ਫੜ ਕੇ ਬਾਂਹ ਤੋਂ ਜਾਨੀ ਬੇਇੱਜ਼ਤੀ ਕਰਦੇ ਆ ਤੁਸੀਂ, ਸਾਰੀ ਇਸ ਬਰਾਦਰੀ ਦੀ ਬੇਇੱਜ਼ਤੀ ਕਰਦੇ ਆ। ਇਸ ਪਾਸੇ ਜਾਣ ਦੀ ਤੁਸੀਂ ਦਾਦਾਗਿਰੀ ਜਾਂ ਫਿਊਡਲ ਮਾਈਂਡਸੈਟ ਦੇ ਨਾਲ ਡੈਮੋਕ੍ਰੇਸੀ ਨਹੀਂ ਚੱਲਦੀ ਹੈ। ਡੈਮੋਕ੍ਰੇਸੀ ਦੇ ਵਿੱਚ ਤੁਹਾਨੂੰ ਸਾਰਿਆਂ ਦਾ ਸਾਥ ਲੈਣਾ ਪਊ, ਸਾਰਿਆਂ ਨੂੰ ਸੁਣਨਾ ਪਊ, ਖਾਸ ਕਰਕੇ ਵਿਰੋਧੀ ਪਾਰਟੀਆਂ ਨੂੰ ਵੀ ਸੁਣਨਾ ਪਊ ਤੇ ਆਮ ਲੋਕਾਂ ਨੂੰ ਵੀ ਸੁਣਨਾ ਪਊ। ਲੋਕ ਤੇ ਅਜੇ ਜੁਮਾ 4 ਮਹੀਨੇ ਹੋਏ ਆ, ਤਰਾ ਕਰ ਰਹੇ, ਠੀਕ ਨਹੀਂ। ਦੂਸਰੀ ਗੱਲ, ਮੈਨੂੰ ਇਸ ਗੱਲ ਦਾ ਵੀ ਬੜਾ ਅਫਸੋਸ ਹੈ ਅਮਰਤਾ ਜੀ ਕਿ ਹੁਣ ਆਪਾਂ ਬਹਿਸ ਕਰ ਰਹੇ ਹਾਂ ਔਰ ਟਾਰਗੇਟ ਦੇ ਉੱਤੇ ਹੈ ਹੋਣ ਵਾਲੀ ਸਰਕਾਰ, ਉਹ ਬੰਦਾ ਹੀ ਕੋਈ ਨਹੀਂ ਹੈ। ਆਪਾਂ ਬਹਿਸ ਕਾਹਦੀ ਕਰ ਰਹੇ ਹਾਂ ਜੀ? ਇਹ ਤੁਹਾਡੇ ਇਕੱਲੇ ਚੈਨਲ ਤੇ ਨਹੀਂ ਹੈ, ਅੱਜ ਨਹੀਂ ਹੈ, ਕਿੰਨਿਆਂ ਚੈਨਲਾਂ ਤੇ ਇਹੋ ਹੀ ਕੁਝ ਹੋ ਰਿਹਾ। ਮੈਂ ਹੋਰ ਚੈਨਲਾਂ ਤੇ ਵੀ ਦੇਖ ਰਿਹਾ, ਆਉਣਾ ਹੀ ਛੱਡ ਗਿਆ ਭਾਈ। ਕੀ ਤੁਹਾਨੂੰ ਫਲੈਕਸਾਂ ਦੇ ਪੈਸਾ ਜ਼ਿਆਦਾ, ਇੱਥੇ ਮਸ਼ਹੂਰੀ ਕਰੋ ਨਾ, ਕਰੋ, ਬੋਲੋ ਆ ਕੇ ਦੱਸੋ ਆਪਣਾ ਜੋ ਮਸ਼ਹੂਰੀ ਕਰਨੀ ਜਾ ਰਹੀ ਹੈ ਲੋਕਾਂ 'ਚ ਗੱਲ। ਇਹ ਸਾਰਾ ਇੱਕ ਸਿਸਟਮ ਇਹੋ ਜਿਹਾ ਬਣਾ ਲਿਆ ਕਿ ਕਰੋ ਭਾਵੇਂ ਨਾ ਕਰੋ, ਪਰ ਲੋਕਾਂ ਨੂੰ ਫੀਲ ਗੁੱਡ ਫੈਕਟਰ ਜਿਹੜਾ ਕਹਿੰਦੇ ਆ, ਬਿਲਕੁਲ ਇੱਕ ਗੱਲ ਤਾਂ ਸਾਫ਼ ਹੈ ਪ੍ਰੋਫੈਸਰ ਸਾਹਿਬ ਤੇ ਹੋਰ ਤਮਾਮ ਮਹਿਮਾਨ ਵੀ ਸਾਡੇ ਨਾਲ ਜੁੜੇ ਹੋਏ ਨੇ ਕਿ ਜਨਤਾ ਨੇ ਜਦੋਂ ਵੋਟ ਦਿੱਤੇ ਨੇ ਤਾਂ ਉਹ ਆਪਣੇ ਸਵਾਲਾਂ ਦੇ ਜਵਾਬ ਲੈਣ ਦਾ ਅਧਿਕਾਰ ਵੀ ਰੱਖਦੀ ਹੈ ਤੇ ਇਹਨਾਂ ਸਵਾਲਾਂ ਤੋਂ ਭੱਜਿਆ ਨਹੀਂ ਜਾ ਸਕਦਾ। ਇਹਨਾਂ ਸਵਾਲਾਂ ਦਾ ਸਾਹਮਣਾ ਇੱਕ ਨਾ ਇੱਕ ਦਿਨ ਕਰਨਾ ਹੀ ਪਏਗਾ, ਜੇ ਨਹੀਂ ਤਾਂ ਫਿਰ 5 ਸਾਲ ਬਾਅਦ ਨਤੀਜਾ ਭੁਗਤਣ ਦੇ ਲਈ ਵੀ ਜਨਤਾ ਮਜਬੂਰ ਕਰ ਦਿੰਦੀ ਹੈ ਤੇ ਇੱਕ ਵਾਰ ਨਹੀਂ ਹਰ ਵਾਰ ਜਨਤਾ ਨੇ ਕਰਕੇ ਵਿਖਾਇਆ ਹੈ। ਜ਼ਰੂਰਤ ਹੈ ਕਿ ਜੋ ਬੁਨਿਆਦੀ ਜ਼ਰੂਰਤਾਂ ਨੇ ਸਰਕਾਰ ਉਹਨਾਂ ਵੱਲ ਧਿਆਨ ਦੇਵੇ, ਕਿਤੇ ਕੁਤਾਹੀ ਨਾ ਹੋਵੇ, ਖਾਸ ਤੌਰ ਤੇ ਆਪਣੇ ਹੀ ਬੋਲਾਂ ਤੋਂ ਤਾਂ ਨਾ ਮੁਕਰੇ। ਜਨਤਾ ਉਹਨਾਂ ਵੱਲ ਤਵੱਕੋ ਦੇ ਨਾਲ ਤੱਕ ਰਹੀ ਹੈ। ਇਹਨਾਂ ਤਵੱਕੋਆਂ ਨੂੰ, ਇਹਨਾਂ ਉਮੀਦਾਂ ਨੂੰ ਸਰਕਾਰ ਹੀ ਪੂਰਾ ਕਰ ਸਕਦੀ ਹੈ। ਪੂਰਾ ਕਰੇ, ਵਿਰੋਧੀਆਂ ਦੀ ਵੀ ਸੁਣੇ, ਜਨਤਾ ਦੀ ਵੀ ਸੁਣੇ, ਪਰ ਜੋ ਕੰਮ ਕਰਨੇ ਜ਼ਰੂਰੀ ਨੇ ਉਹਨਾਂ ਕੰਮਾਂ ਨੂੰ ਜ਼ਰੂਰ ਕਰੇ। ਬਹੁਤ ਸ਼ੁਕਰੀਆ ਤਮਾਮ ਮਹਿਮਾਨਾਂ ਦਾ ਇਸ ਚਰਚਾ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ, ਧੰਨਵਾਦ। ਸੋ ਬਕਾਏ ਤੇ ਰੇੜਕੇ ਜ਼ਰੂਰ ਬਣੇ ਹੋਏ ਨੇ। ਹਾਲਾਂਕਿ ਅੱਜ ਖਜ਼ਾਨਾ ਮੰਤਰੀ ਨੇ ਜ਼ਰੂਰ ਕਿਹਾ ਕਿ तमाम ਚੀਜ਼ਾਂ ਦਰੁਸਤ ਹੋ ਰਹੀਆਂ ਨੇ, ਜ਼ਰੂਰ ਇਹ ਫੰਡਸ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਵੀ ਹੋ ਜਾਣਗੇ ਤੇ ਲੋਕਾਂ ਨੂੰ ਜਲਦ ਹੀ ਜੋ ਇਲਾਜ ਰੁਕੇ ਹੋਏ ਨੇ ਉਹ ਇਲਾਜ ਦੁਬਾਰਾ ਤੋਂ ਮੁਹੱਈਆ ਹੋਣਗੇ। ਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਪੰਜਾਬ ਸੁਖਦ ਮਾਹੌਲ ਦੇ ਵਿੱਚ ਰਵੇ ਤੇ ਇਸ ਤਰ੍ਹਾਂ ਦੀਆਂ ਕੁਝ ਦਿੱਕਤਾਂ ਨਾ ਆਉਣ। ਲੋਕਾਂ ਨੂੰ ਇਹ ਸੁਨਿਸ਼ਚਿਤ ਰਵੇ ਕਿ ਉਹਨਾਂ ਦੀਆਂ ਬੁਨਿਆਦੀ ਜ਼ਰੂਰਤਾਂ ਜ਼ਰੂਰ ਪੰਜਾਬ ਦੇ ਵਿੱਚ ਪੂਰੀਆਂ ਹੋਣਗੀਆਂ। ਸਤਿ ਸ਼੍ਰੀ ਅਕਾਲ।